ਮਹੱਲਾ ਪੰਜਵਾ। ਬਿਲਾਵਲ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਬੰਧਨ ਕਾਟੈ ਸੋ ਪ੍ਰਭੂ। ਉਹ ਜੋ ਪਰਮਾਤਮਾ ਹੈ ਉਹੀ ਸਾਰੇ ਕਰਤਾ ਭੋਗਤਾ ਦੇ ਬੰਧਨ, ਹੰਗਤਾ ਮਮਤਾ ਆਦਿਕਾਂ ਦੇ ਬੰਧਨ ਜੰਜਾਲਾਂ ਨੂੰ ਕੱਟਣ ਵਾਲਾ ਹੈ। ਜਿਸ ਦੇ ਹੱਥਾਂ ਦੇ ਵਿੱਚ ਸਾਰੀਆਂ ਕਲ ਸ਼ਕਤੀਆਂ ਹਨ। ਅਵਰ ਕਰਮ ਨਹੀਂ ਛੁਟੀਆਂ। ਹੋਰ ਕਿਸੇ ਕਰਮ ਕਾਂਡ ਕਰਕੇ ਇਹਨਾਂ ਬੰਧਨਾਂ ਤੋਂ ਛੁੱਟੀ ਦਾ ਨਹੀਂ ਹੈ। ਇਸ ਲਈ ਇੰਜ ਬੇਨਤੀ ਕਰੀਏ ਕਿ ਹੇ ਮਾਲਕ ਹਰੀ ਪਰਮਾਤਮਾ, ਸਾਨੂੰ ਆਪਣੀ ਕਿਰਪਾ ਰੂਪੀ ਹੱਥ ਦੇ ਕੇ ਇਹਨਾਂ ਬੰਧਨਾਂ ਤੋਂ ਬਚਾ ਕੇ ਰੱਖਣਾ ਕਰੋ ਜੀ। ਓ ਸਰਨਾਗਤ ਹੇ ਮਾਇਆਪਤੀ ਪਰਮੇਸ਼ਰ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ। ਤੂੰ ਸਭ ਥਾਵਾਂ ਦੇ ਵਿੱਚ ਵਿਆਪਕ ਅਤੇ ਦਿਆਲੂ ਹੈ, ਪੂਰਨ ਦਿਆਲੂ ਹੈ। ਛੁੱਟ ਜਾਏ ਸੰਸਾਰ ਤੇ ਉਹ ਇਸ ਜਗਤ ਦੇ ਬੰਧਨਾਂ ਤੋਂ ਛੁੱਟ ਜਾਂਦਾ ਹੈ। ਗੋਪਾਲ ਹੇ ਪ੍ਰਿਥਵੀ ਦੇ ਮਾਲਕ ਪਰਮਾਤਮਾ, ਜਿਸ ਨੂੰ ਤੂੰ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਰੱਖ ਲੈਂਦਾ ਹੈ, ਉਹ ਜਗਤ ਦੇ ਬੰਧਨਾਂ ਤੋਂ ਛੁੱਟ ਜਾਂਦਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਆਸਾ ਪਰਮ ਵਿਕਾਰ ਮੋਹ। ਜੋ ਪਦਾਰਥਾਂ ਦੀ ਆਸਾ ਇੱਛਾ ਹੈ, 5 ਪ੍ਰਕਾਰ ਦਾ ਭਰਮ ਹੈ। ਕਾਮ, ਕ੍ਰੋਧ, ਲੋਭ ਇਤਿਆਦਿਕ ਵਿਕਾਰ ਅਤੇ ਮੋਹ ਜੋ ਸਨੇਹ ਹੈ। ਇਹਨਾਂ ਦੇ ਵਿੱਚ ਲੁਭਾਈ ਮਨ ਹੋਇਆ ਫਿਰਦਾ ਹੈ। ਇਹ ਸੰਸਾਰ ਦੀ ਜੋ ਝੂਠੀ ਸਮੱਗਰੀ ਰਚਨਾ ਹੈ, ਚੀਜ਼ ਹੈ, ਵਸਤ ਹੈ, ਇਹ ਜੀਵ ਦੇ ਮਨ ਹਿਰਦੇ ਵਿੱਚ ਵਸੀ ਹੋਈ ਹੈ। ਇਹਨੇ ਪੁੰਨਾਂ ਦੇ ਪਾਪਾਂ ਤੋਂ ਪਰੇ ਪਰਮੇਸ਼ਰ ਨੂੰ ਗੁਰਾਂ ਦੁਆਰਾ ਜਾਣਿਆ ਨਹੀਂ ਹੈ। ਇਸ ਲਈ ਇੰਜ ਬੇਨਤੀ ਕਰੀਏ ਕਿ ਇਹ ਸਭ ਤੋਂ ਵੱਡੇ ਪ੍ਰਕਾਸ਼ ਰੂਪ परिपूर्ण व्यापक परमात्मा, जिन्ने भी जिया जंत ने ये तेरे ही पैदा किए हुए हन। हे वाहिगुरु जी, जिवें भी तू मैनू रखदा है तिवें ही मैं रहना करा, मैं उसी तरह रहिंदा हाँ जी। मन दी गमदा तू रहत अर प्रकृति दे पारावार तू रहत परमेश्वर। ज्यों भावै त्यों राख, हर प्रभ तेरे आ केते गनु असंख अवगण मेरे आ। हे महाराज, ज्यों भावै त्यों राख ले, हम शरण प्रभ आए राम राजे। सो जिवें भी तू सानू रखदा असीं उसे तरह रहिंदे हाँ, चंगे हाँ माड़े हाँ, जिवें पाउंदा तिवें रख लै जी। हे सारे कारणों नूं करन वाले
ਜਾਂ ਕਰਨ ਵਾਲੇ ਤੇ ਕਾਰਨ ਰੂਪ ਸਰਬ ਸ਼ਕਤੀਮਾਨ ਪਰਮੇਸ਼ਰ ਜੀ। ਇਹ ਆਪਣਾ ਸਾਨੂੰ ਕਿਰਪਾ ਕਰਕੇ ਆਪ ਦਾ ਨਾਮ ਦੇਣਾ ਕਰੋ ਜੀ। ਕੈ ਤਰੀਆਂ ਸਾਧ ਸੰਗ ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਹੇ ਪ੍ਰਮਾਤਮਾ, ਤੇਰੀ ਪ੍ਰਾਪਤੀ ਕਰਾਉਣ ਵਾਲੀ ਜੋ ਸ੍ਰੇਸ਼ਟ ਮਹਾਤਮਾ ਜਿਹਨਾਂ ਦੀ ਸੰਗਤ ਹੈ, ਇਹਦੇ ਦੁਆਰਾ ਹੀ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਕਰੀਦਾ ਹੈ। ਹਰ ਹਰ ਗੁਣ ਗਾਓ ਹੇ ਹਰੇ ਭਰੇ ਕਰਨ ਵਾਲੇ ਹਰੀ, ਮੈਂ ਸਦਾ ਤੇਰੇ ਹੀ ਗੁਣ ਗਾਉਂਦਾ ਰਹਾਂ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋ ਇਹੋ ਮੇਰੇ ਮਨ ਦੇ ਵਿੱਚ ਇਹ ਚਾਹ ਇਹ ਉਤਸ਼ਾਹ ਬਣਿਆ ਰਹੇ ਜੀ। ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਲਾਵਲ ਰਾਗ ਵਿੱਚ ਸ਼ੋਭਾਮਨ ਉਪਦੇਸ਼ ਬਖਸ਼ਦੇ ਹਨ। ਕਵਨ ਕਵਨ ਨਹੀਂ ਪਤਰਿਆ ਹੇ ਮੇਰੇ ਮਨਾ, ਸੋ ਮਹਾਰਾਜ ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ, ਹਰੀ ਬਰ ਦੀਤਾ ਤੇਰੀ ਪ੍ਰਤੀਤੀ ਕਰਕੇ ਦੱਸ ਕਿਹੜਾ ਕਿਹੜਾ ਨਹੀਂ ਪਤਤ ਹੋਇਆ, ਇੱਜ਼ਤੋਂ ਰਹਿਤ ਹੋਇਆ। ਪਰ ਤੇਰੇ ਤੇ ਭਰੋਸਾ ਕਰਕੇ ਸਭ ਲੋਕ ਬਰਬਾਦ ਹੋ ਗਏ। ਐ ਮੇਰਿਆ ਮਨ, ਮਹਾ ਮੋਹਨੀ ਮੋਹਿਆ ਹੇ ਮਨਾ, ਤੈਨੂੰ ਵੱਡੀ ਮੋਹ ਲੈਣੀ ਵਾਲੀ ਮਾਇਆ ਨੇ ਮੋਹਿਤ ਕੀਤਾ ਹੋਇਆ ਹੈ। ਕੀ ਰੀਤਾ ਇਹ ਨਰਕ ਦੇ ਵਿੱਚ ਪੈਣ ਦੀ ਮਰਿਆਦਾ ਇਹ ਰੀਤੀ ਤੂੰ ਆਪ ਹੀ ਬਣਾਈ ਹੋਈ ਹੈ। ਮਨ ਹਰ ਤੇਰਾ ਨਹੀਂ ਵਿਸ਼ਵਾਸ ਇਹ ਖੋਟ ਵਾਲੇ ਮਨਾ, ਸਾਨੂੰ ਤੇਰਾ ਉੱਕਾ ਵੀ ਭਰੋਸਾ ਨਹੀਂ, ਕੋਈ ਇਤਬਾਰ ਨਹੀਂ ਹੈ। ਭਾਵ ਤੂੰ ਭਰੋਸਾ ਕਰਨ ਦੇ ਲਾਇਕ ਹੈ ਹੀ ਨਹੀਂ। ਮਹਾਯੁਧ ਮਦਾ ਤੂੰ ਮਾਇਆ ਦੇ ਮੋਹ ਰੂਪ ਵਿਕਾਰ ਰੂਪ ਨਸ਼ੇ ਵਿੱਚ ਬਹੁਤ ਹੀ ਉਦਮਾਦਾ ਮਸਤ ਕਮਲਾ ਹੋਇਆ ਫਿਰਦਾ ਹੈ। ਜਾਂ ਤੈਨੂੰ ਕਾਮ ਦੀ ਮਸਤੀ ਉਹਦਾ ਪ੍ਰਗਟ ਹੋਈ ਰਹਿੰਦੀ ਹੈ ਅਤੇ ਹੰਕਾਰ ਦੇ ਨਸ਼ੇ ਵਿੱਚ ਤੂੰ ਮਸਤੀਆ ਰਹਿੰਦਾ ਹੈ। ਘਰ ਤਾਂ ਛੁਟਾ ਜਿਵੇਂ ਖੋਤੇ ਦੇ ਪੈਰਾਂ ਦਾ ਜਿਹੜਾ ਪੈਂਕੜ ਬੰਧਨ ਹੈ, ਤਦੋਂ ਛੱਡੀਦਾ ਹੈ, ਤਦੋਂ ਛੁੱਟਦਾ ਹੈ। ਉੱਪਰ ਲੱਦਾ ਜਦ ਕਿ ਉਹਦੇ ਤੇ ਬੋਝ ਗੂਣ ਨਾਲ ਲੱਦਿਆ ਜਾਂਦਾ ਹੈ। ਭਾ ਵਿਹਲਾ ਖੋਤਾ ਟਬੂਸਨੀਆਂ ਮਾਰਦਾ ਰਹਿੰਦਾ ਹੈ। ਕਦੇ ਕਿਸੇ ਖੇਤ 'ਚ ਚਲਿਆ ਜਾਂਦਾ, ਕਦੇ ਕਿਸੇ ਖੇਤ ਵਿੱਚ ਚਰਨ ਲੱਗ ਜਾਂਦਾ ਹੈ। ਇਸ ਲਈ ਘੁਮਿਆਰ ਖੋਤੇ ਨੂੰ ਰੱਸੀ ਨਾਲ ਬੰਨ੍ਹ ਕੇ ਰੱਖਦਾ ਹੈ। ਉਹਦੇ ਜਿਹੜੇ ਪੈਰ ਹਨ, ਅਗਲੇ ਤੇ ਪਿਛਲੇ ਪੈਰ, ਉਹਨਾਂ ਦੇ ਵਿੱਚ ਜੁਆਇੰਟ ਕਰਕੇ ਗੰਢ ਮਾਰ ਕੇ ਪੈਰਾਂ ਨੂੰ ਬੰਨ੍ਹ ਕੇ ਰੱਖਦਾ ਹੈ। ਜਦੋਂ ਕਿਤੇ ਸਮਾਨ ਲੱਦ ਕੇ ਜਾਣਾ ਹੋਵੇ, ਉਸ ਵੇਲੇ ਉਹ ਜਿਹੜੀ ਰੱਸੀ ਹੈ ਪੈਰਾਂ ਦਾ ਪੈਂਖੜ ਤਾਂ ਖੋਲਦਾ ਹੈ। ਇਸੇ ਪ੍ਰਕਾਰ ਐ ਮੇਰਿਆ ਮਨ, ਹਰ ਗਵੈ ਘਰ ਤੋਂ ਛੁਟਾ ਅਸਲੀ ਖੋਤਾ ਤਾਂ ਤੂੰ ਹੈ। ਕਦੇ ਕਾਮ ਵਾਸ਼ਨਾ ਦੀ ਕਿਆਰੀ, ਕਦੇ ਕ੍ਰੋਧ ਦੀ ਕਿਆਰੀ ਵਿੱਚ ਚੜਦਾ ਰਹਿੰਦਾ ਹੈ। ਜਿਹੜੇ ਮੇਰੇ ਵਰਗੇ ਵੀ ਨੇ, ਆਪਦੇ ਆਪ ਨੂੰ ਸਾਧ ਖਮਾਉਂਦੇ ਨੇ, ਤੇ ਉਹ ਵੀ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ। ਕਹਿੰਦੇ ਨੇ ਕਿ ਚੋਰੀ ਮਿਰਗ ਅੰਗੂਰੀ ਖਾਏ। ਜਿਵੇਂ ਹਰਨ ਚੋਰੀ ਚੋਰੀ ਹਰੀ ਅੰਗੂਰੀ ਗਧਾ ਚਰੈ, ਹਰਨ ਵੀ ਤੇ ਗਧਾ ਵੀ ਹਰੀ ਹਰੀ ਅੰਗੂਰੀ ਚਰਦਾ। ਸੋ ਹਰੇ ਭਰੇ ਖੇਤ ਵੱਲ ਦੌੜ ਕੇ ਜਾਂਦਾ ਹੈ। ਇਹ ਡੰਗਰ ਦਾ, ਖੋਤੇ ਦਾ
ਹਰਨ ਦਾ ਸੁਭਾਅ ਹੈ। ਇਉਂ ਚੋਰੀ ਚੋਰੀ ਲੁਕ ਲੁਕ ਕਰਕੇ ਵਿਕਾਰ ਦ੍ਰਿਸ਼ਟੀ ਨਾਲ ਇੱਧਰ ਉੱਧਰ ਤੱਕਦਾ ਰਹਿੰਦਾ ਹੈ ਕਿ ਕਿਤੇ ਖਾਣਾ ਮਿਲ ਜਾਏ। ਤੂੰ ਇੰਝ ਅਸਲੀ ਗਧਾ ਤੂੰ ਹੈ। ਕਦੀ ਕਾਮ ਦੀ ਕਿਆਰੀ ਵੱਲ ਦੌੜਿਆ ਜਾਂਦਾ ਹੈ ਤੇ ਕਦੇ ਕ੍ਰੋਧ ਦੀ ਕਿਆਰੀ ਵਿੱਚ ਚੜਦਾ ਰਹਿੰਦਾ ਹੈ। ਸੋ ਇੰਨਾ ਗੁੱਸਾ ਹੈ। ਪੁਰਾਣੇ ਲੋਕ ਰਿਸ਼ੀ ਮੁਨੀ ਸੋ ਸ਼ਰਾਬ ਦੇ ਕੇ ਭਸਮੀ ਕਰ ਦਿੰਦੇ, ਮਤਲਬ ਕ੍ਰੋਧ ਦੇ ਵਿੱਚ ਵਸੀਕਾਰ ਹੋ ਕੇ ਉਹ ਆਪ ਦੇ ਸਕੇ ਸੋਦਰਿਆਂ ਦਾ ਵੀ ਖਿਆਲ ਨਹੀਂ ਰੱਖਦੇ। ਇੱਕ ਨੇ ਭਗਵਾਨ ਦੀ ਕੁਲ ਨੂੰ ਹੀ ਸ਼ਰਾਪ ਦੇ ਦਿੱਤਾ। ਦੁਰਵਾਸੇ ਨੇ ਗਲਤੀ ਇੱਕ ਮੁੰਡੇ ਦੀ ਹੈ, ਆਖੇ ਜੀ ਯਾਦਵੰਦੀ ਕੁਲ ਨਾਸ਼ ਹੋਊਗੀ, ਇੱਥੋਂ ਉਹ ਜਨਮ ਲਏਗਾ। ਇਉਂ ਕ੍ਰੋਧ ਦੀ ਕਿਆਰੀ ਵਿੱਚ ਚੜ੍ਹਦਾ ਰਹਿੰਦਾ। ਇਸ ਲਈ ਤੇਰੇ ਤੋਂ ਪੈਂਖੜ ਤੋਂ ਛੁੱਟੇ, ਸਮਾਧੀ ਰੂਪੀ ਪੈਂਖੜ ਤਦੋਂ ਹੀ ਛੱਡੀਏ ਜਦ ਕਥਾ ਕੀਰਤਨ ਰੂਪੀ ਛੱਟ ਬੋਰੀ ਉੱਪਰ ਲੱਦ ਦੇਵਾਂਗੇ। ਮਹਾਤਮਾ ਦਾ ਮਤ ਹੈ ਕਿ ਮਨ ਦੇ ਉੱਪਰ ਕਦੀ ਵੀ ਭਰੋਸਾ ਨਹੀਂ ਕਰੋ, ਇਹ ਭਰੋਸੇ ਲਾਇਕ ਨਹੀਂ ਹੈ। ਜਿਵੇਂ ਕਿਸੇ ਸੰਤ ਨੇ ਡੱਡੂ ਨੂੰ ਪੀਸ ਕੇ ਆਪਦੇ ਆਸਣ ਥੱਲੇ ਰੱਖ ਲਿਆ ਸੀ ਪੁੜੀ ਬਣਾ ਕੇ, ਤੇ ਬਾਰਿਸ਼ ਪਈ ਤੋਂ ਉਹ ਪੀਸੇ ਹੋਏ ਡੱਡੂ ਦੇ ਵਿੱਚੋਂ ਨਿੱਕੀਆਂ ਨਿੱਕੀਆਂ ਡੱਡੀਆਂ ਉਤਪਨ ਹੋ ਕੇ ਭੱਜਣ ਲੱਗ ਪਈਆਂ। ਕਦੀ ਧੂਰ ਕੋਠੇ ਤੇ ਭਾਵੇਂ 5ਵੀਂ 6ਵੀਂ ਮੰਜ਼ਿਲ ਦਾ ਟੈਂਕੀ ਵਾਲਾ ਵੀ ਕੋਠਾ ਹੋਵੇ, ਸਾਉਣ ਭਾਦਰੋਂ ਆਦਿਕ ਦੇ ਦਿਨਾਂ ਦੇ ਵਿੱਚ ਜਦ ਬਾਰਿਸ਼ ਪੈਂਦੀ ਹੈ, ਨਿੱਕੀਆਂ ਨਿੱਕੀਆਂ ਡੱਡੀਆਂ ਉੱਤੇ ਤੁਰਦੀਆਂ ਦੇਖੀਆਂ ਜਾ ਸਕਦੀਆਂ ਨੇ। ਪਤਾ ਨਹੀਂ ਉੱਪਰੋਂ ਡਿੱਗਦੀਆਂ ਹਨ, ਪਤਾ ਨਹੀਂ ਪਾਣੀ ਦੇ ਵਿੱਚੋਂ ਕਿੱਥੋਂ ਆ ਜਾਂਦੀਆਂ। ਜਿੱਥੇ ਵੀ ਪਾਣੀ ਖੜਦਾ ਹੈ ਡੱਡੀ ਉੱਥੇ ਹੀ ਪੈਦਾ ਹੋ ਜਾਂਦੀ ਹੈ। ਇੱਕੋ ਇੱਕ ਮਾਨ ਸਰੋਵਰ ਹੈ ਜਿਹਦੀ ਇਹ ਨਿਸ਼ਾਨੀ ਹੈ ਕਿ ਨਾ ਤਾਂ ਉੱਥੇ ਕਾਂ ਤੁਸੀਂ ਦੇਖੋਗੇ, ਨਾ ਹੀ ਡੱਡੂ ਨੂੰ ਬੋਲਦਾ ਦੇਖੋਗੇ। ਇਸੇ ਤਰ੍ਹਾਂ ਜਿਹੜੇ ਗੁਰੂ ਘਰਾਂ ਦੇ ਸਰੋਵਰ ਹਨ, ਖਾਸ ਕਰਕੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਅੰਮ੍ਰਿਤ ਸਰੋਵਰ ਦੀ ਇਹ ਨਿਸ਼ਾਨੀ ਹੈ। ਪਾਣੀ ਭਾਵੇਂ ਨਹਿਰ ਦਾ ਹੀ ਪੈਂਦਾ ਹੈ, ਉਹੀ ਨਹਿਰ ਜਿਹਦੇ ਡੱਡੀਆਂ ਮੱਛੀਆਂ ਕੱਛੂ ਕੰਮੇ ਅਨੇਕਾਂ ਜੀਵ ਜੰਤੂ ਹੁੰਦੇ, ਪਰ ਜਦੋਂ ਸਰੋਵਰ ਚ ਆ ਕੇ ਪੈ ਜਾਂਦਾ, ਬਾਣੀ ਸੁਣਦਾ ਹੈ ਤਾਂ ਅੰਮ੍ਰਿਤ ਬਣ ਜਾਂਦਾ। ਅੰਮ੍ਰਿਤ ਸਰੋਵਰ ਦੀ ਨਿਸ਼ਾਨੀ ਹੈ ਕਿ ਉੱਥੇ ਡੱਡੀ ਆਦਿਕ ਡੱਡੂ ਨਹੀਂ ਬੋਲੇਗਾ, ਕਾਂ ਦੀ ਉੱਥੇ ਸਮਾਈ ਨਹੀਂ ਹੈ। ਹੰਸ ਤੇ ਸੋਹਣੇ ਸੁੰਦਰ ਪੰਛੀ, ਮੱਛੀਆਂ ਵੀ ਅਰਦਾਸ ਦੇ ਵਿੱਚ ਖੜੀਆਂ ਤੁਹਾਨੂੰ ਦਿਖਾਈ ਦੇਣਗੀਆਂ। ਤਾਂ ਇਸ ਵਾਸਤੇ ਇਹ ਜਿਹੜਾ ਮਨ ਹੈ ਇਹ ਡੱਡੂ ਦੀ ਤਰ੍ਹਾਂ ਹੈ, ਜਿੰਨਾ ਮਰਜ਼ੀ ਉਹਨੂੰ ਮਾਰਿਆ ਹੋਵੇ, ਪਰ ਫਿਰ ਵੀ ਕੋਈ ਸੰਗਤ ਰੂਪ ਵਰਖਾ ਪੈਣ ਦੋ, ਇਹ ਫਿਰ ਹਰਿਆ ਭਰਿਆ ਹੋ ਜਾਂਦਾ। ਪਤਾ ਨਹੀਂ ਕਿਹੜੇ ਵੇਲੇ ਇਹਨੇ ਆਪ ਦਾ ਸੁਭਾਅ ਬਦਲ ਲੈਣਾ ਹੈ। ਇਸ ਵਾਸਤੇ ਮਹਾਂਪੁਰਖਾਂ ਦਾ ਮਤ ਹੈ ਕਿ ਇਹਨੂੰ ਕੰਮ ਦੇ ਵਿੱਚ ਲਾਈ ਰੱਖਣਾ ਚਾਹੀਦਾ ਹੈ। ਸਾਰ ਕਿਤਾਬ ਲਈ ਇੱਕ ਛੋਟਾ ਜਿਹਾ ਗ੍ਰੰਥ ਹੈ ਜਿਸ ਦੇ 15 ਅਧਿਆਏ ਹਨ। ਉਹਦਾ ਜੋ ਕਰਤਾ ਹੈ ਕਵੀ ਹਰਦਿਆਲ, ਉਹਨੇ ਲਿਖਿਆ ਹੈ ਕਿ ਕੈ ਸਰੂਪ ਧਿਆਨ ਲਾਵੇ, ਕੈ ਸਰੂਪ ਗੀਤ ਗਾਵੇ। ਜਾਂ ਤਾਂ ਸਰੂਪ ਦੇ ਵਿੱਚ ਧਿਆਨ ਲਾ ਕੇ ਸਮਾਧੀ ਜੋੜੇ, ਜਾਂ ਸਮਾਧੀ ਤੋਂ ਉਥਾਨ ਹੋਵੇ ਤਾਂ ਫਿਰ ਸਰੂਪ ਦੇ ਗੁਣ ਗਾਵੇ। ਕਹਿਣ ਤੋਂ ਭਾਵ ਇਹ ਹੈ, ਸਾਡੇ ਗੁਰੂ ਸਾਹਿਬਾਨਾਂ ਨੇ ਇਸੇ ਵਾਸਤੇ ਸਾਨੂੰ ਗੁਰਦੁਆਰੇ ਦੇ ਦਰਸ਼ਨ ਕਰਾਏ ਨੇ ਕਿ ਭਾਈ ਗੁਰਦੁਆਰਾ ਕਦੀ ਵੀ ਕਿਸੇ ਵੀ ਕੀਮਤ 'ਤੇ ਨਾ ਛੱਡੋ।
कबीर समुंद ना छोड़िए, ये समुंदर की तरह है। कबीर समुंद ना छोड़िए जो अत खारो होए, समुंदर भावें खारा भी होवे तां भी ना छड्डो, क्योंकि पोखर पोखर ढूंढते भलो न कह है कोए। छप्पड़ां दे विच इधर उधर भटकदियां तुहानूं कोई भी चंगा नहीं समझेगा। वेखण वाला कहूगा कि कित्थे बैठा है, छप्पड़ कंढे गंदे पानी, इहदे किनारे ते ने की लैना। ते समुंदर जिहड़ा है उहदा नां ही बड़ा वड्डा है। इंज गुरु घर समुंदर की तरह है, किसी भी कीमत ते इस नूं ना त्यागो, गुरु घर आओ, क्योंकि गुरुद्वारे हर कीर्तन सुनिए। गुरुद्वारा साहिब विखे महाराज की बाणी का कीर्तन सरवण करन नूं मिलता है। सतगुर भेट हर जस मुख पणीआ, ज्यों ही सतगुरां दी दर्शन करीदे ने तां जबान दे विचों आप दे आप ही हरि दा जस वाहिगुरु दे गुण निकलते हैं। समाधि कलयुग का बड़ा भयानक समा है, इकल्ले बैठ के लाउणी बड़ी कठिन है। असीं गृहस्थी बंदे हाँ, बाल बच्चेदार, कारोबार भी करने पैंदे ने। इस वास्ते गुरु साहिब ने संगत का रस्ता दिखाया है कि महाराज दे बाणी दे द्वारा भाई गुण गाओ, नितनेम ना छड्डो। जिहड़ा गुरबाणी नाल जुड़िया रहिंदा है सो मन वस करना है तो बड़ा औखा, पर जे गुरु साहिब की कृपा हो जाए तो मन वस आवे नानका, जे पूर्ण कृपा होए ये वस विच आ भी जाता है। धन बाबा दीप सिंह साहिब जी जिस वक्त चंबे वाले राजे की लड़की नूं उसके घर पहुँचाउण वास्ते गए सन, जिहड़े मुसलमानों तो बीबियां छड़ाउंदे सन, सिंह पुछन लगे कहंदे महापुरखो तुहाडे मन की कैसी अवस्था सी? तो बाबा जी कहन लगे कि भाई जे हुण तुसीं मेरे सामने उन्होंने ले आओगे तो मैं पहचान नहीं पावांगा, क्योंकि मैं तो जपजी साहिब के पाठ करता रहा अपनी मस्ती दे विच, मैं तो निगाह चुक के वेखिया तक नहीं। इन्ना उन्हां दा मन दे उपर कंट्रोल सीगा। ये सारी कृपा गुरबाणी दी 101 श्री जपजी साहिब के पाठ करिया करदे। क्यों जिहड़ा भी बाणी दा आसरा लैंदा है सुते सिद्ध ही ਉਹਦਾ मन ਉਹਦਾ चित्त वाहिगुरु जी के चरणों में जुड़िया रहिंदा है। इस वास्ते याद अंतरआत्मे समाधि दे विच लीन रहे ते या फिर कथा करे सुने, कीर्तन करे सुने, ये छट की तरह है। या कुछ भी ना होए तो सेवा की छट ये ते लद देवे, सेवा का बोझ पा देवे। मैं तो सब तो चंगा पाठी ਸਿੰਘਾਂ ਨੂੰ ਮੰਨਦਾ ਹਾਂ, ਤੇ ਜੇ ਕੋਈ ਕਹੇ ਤੇ ਇਹਨਾਂ ਦੇ ਪੈਰ ਧੋ ਕੇ ਵੀ ਪੀਣ ਨੂੰ ਤਿਆਰ ਹਾਂ। ਜਦੋਂ ਵੀ ਦਰਸ਼ਨ ਹੁੰਦੇ ਦੂਰੋਂ ਹੀ ਮੱਥਾ ਟੇਕੀਦਾ ਵੀ ਧੰਨ ਨੇ। ਸਾਰੀ ਸਾਰੀ ਰਾਤ ਸੋ ਨਾ ਸੌਣਾ ਚੱਜ ਨਾਲ, ਨਾ ਬਹਿਣਾ ਚੱਜ ਨਾਲ, ਨਾ ਖਾਣਾ ਚੱਜ ਨਾਲ। 12 ਵਜੇ ਲੰਗਰ ਖੁੱਲ੍ਹਦਾ, 12 ਤੋਂ ਰੌਲ ਹੁੰਦੀ 2 ਵਜੇ, ਤੇ ਕਈ ਵਾਰ ਜਿਹੜੀ ਤਾਜ਼ੀ ਚੀਜ਼ ਹੈ ਉਹ ਸਮਾਪਤ ਵੀ ਹੋ ਜਾਂਦੀ। ਰਾਤ ਨੂੰ ਫਿਰ 8 ਵਜੇ ਖਾਓ ਤਾਂ ਨੀਂਦ ਆਉਣੀ ਹੈ, 10 ਵਜੇ ਉੱਠੋ ਤਾਂ ਸਮਾਪਤੀ। ਤੇ ਇਸ ਵਾਸਤੇ ਜਾਂਦੇ ਜਾਂਦੇ ਹੀ ਕਾਹਲੀ ਕਾਹਲੀ ਸਭ ਕੁਛ ਹੀ ਕਰਨਾ, ਭੱਜ ਭਜਾ ਕੇ। ਕਈ ਵਾਰ ਸਰੀਰ ਥਕਾਵਟ 'ਚ ਹੁੰਦਾ ਤੇ ਇਸ਼ਨਾਨ ਪਾਣ ਵੀ ਦੌੜ ਭੱਜ ਦੇ ਨਾਲ ਹੀ। ਕੋਈ ਕੰਮ ਜੱਜਣਾ ਨਹੀਂ ਆਪਦੀ ਕਰਿਆ, ਕੋਈ ਸੋ ਦੁਨਿਆਵੀ ਕਾਰਜ ਵੀ ਕਿਸੇ ਤਰੀਕੇ ਦੇ ਨਾਲ ਨਹੀਂ, ਕਿਉਂਕਿ ਘੰਟੇ ਭਾਵੇਂ 2 ਹੀ ਨੇ ਤੇ ਪਰ ਪਹਿਲਾਂ ਹੀ ਫਿਕਰ ਪੈ ਜਾਂਦਾ 4 ਘੰਟੇ ਵੀ 2 ਘੰਟੇ ਲਾਉਣੇ ਨੇ, ਤਿਆਰੀ ਕਰਨੀ ਪੈਂਦੀ ਹੈ। ਤੇ ਇਸ ਵਾਸਤੇ ਜਿਹੜਾ ਮਨ ਹੈ ਇਹ ਬੋਝ ਮੰਨੇ ਤਾਂ ਹੀ ਆਨੰਦ ਹੈ। ਸੋ ਇੱਕ ਰੌਲ ਲਾਈ ਦੂਜੀ ਫੇਰ ਤਿਆਰ, ਇੱਕ ਭੋਗ ਪਿਆ ਦੂਜਾ ਫੇਰ ਰੱਖਦਾ। ਬਾਰ ਬਾਰ ਮਹਾਰਾਜ ਨੇ ਵਧੀਆ ਕੰਮ ਦਿੱਤਾ ਹੈ। ਵਿਹਲਾ ਮਨ ਕਹਿੰਦੇ ਸ਼ੈਤਾਨੀ ਦਾ ਘਰ ਹੁੰਦਾ, ਜਦ ਵਿਹਲਾ ਰਹੂਗਾ ਹੀ ਨਹੀਂ।
कदी अखंड पाठ दियां रोहना, कदी सहज पाठ, कदी कोई सेवा, कदी कोई कारज। तो इस वास्ते ये सब तो उत्तम तरीका है मन नूं टिकाउण दा। सो ਜਿਹੜਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਹਾਜ਼ਰੀ ਹੈ, ਇਹਦੇ ਵਿੱਚ ਭਲਾ ਹੀ ਭਲਾ ਹੈ। ਬਾਣੀ ਵਿੱਚ ਲਿਖਿਆ ਹੋਇਆ ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਹਰੀ ਦੀ ਸੇਵਾ ਦੇ ਵਿੱਚ ਹੀ ਸਭ ਤੋਂ ਵੱਡੇ ਖਜ਼ਾਨੇ ਨੇ, ਤੇ ਹਰੀ ਦੀ ਸੇਵਾ ਦੇ ਵਿੱਚ ਹੀ ਜਿਹੜਾ ਮਹਾਰਾਜ ਦਾ ਅੰਮ੍ਰਿਤ ਵਰਗਾ ਨਾਮ ਹੈ ਇਹ ਮੁਖ ਤੋਂ ਨਿਕਲਦਾ ਹੈ। ਤੋ ਇਸ ਲਈ ਮਨ ਨੂੰ ਟਿਕਾਉਣ ਦਾ ਸਭ ਤੋਂ ਉੱਤਮ ਸਾਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਹੈ। ਸ੍ਰੀ ਸਹਿਜ ਪਾਠ ਆਰੰਭ ਹੀ ਰਹਿਣਾ ਚਾਹੀਦਾ ਹੈ। ਇੱਕ ਭੋਗ ਪੈ ਗਿਆ ਦੂਜਾ ਆਰੰਭ ਕਰੋ। ਤੋ ਜ਼ਰੂਰੀ ਨਹੀਂ ਵੀ ਆਪਾਂ ਪ੍ਰੋਫੈਸ਼ਨਲ ਬਣਾਈਏ। ਕਿਤੇ ਵੀ ਅਖੰਡ ਪਾਠ ਸਾਹਿਬ ਚੱਲਦਾ ਸਾਡੇ ਮਨ ਦਾ ਪ੍ਰੇਮ ਹੋਣਾ ਚਾਹੀਦਾ ਕਿ ਅਸੀਂ ਉੱਥੇ ਜਾ ਕੇ ਹਾਜ਼ਰੀ ਭਰੀਏ। ਜੋ ਪਾਠੀ ਸਿੰਘ ਦੀ ਡਿਊਟੀ ਹੈ ਕੋਈ 5 ਮਿੰਟ 10 ਮਿੰਟ ਉਹਨੂੰ ਰੈਸਟ ਦਵਾਈਏ ਔਰ ਸਾਡੀ ਵੀ ਹਾਜ਼ਰੀ ਲੱਗ ਜਾਏ। ਤੇ ਇਸ ਲਈ ਇਹ ਜਿਹੜਾ ਮਨ ਹੈ ਇਹ ਪਸ਼ੂ ਦੀ ਤਰ੍ਹਾਂ, ਖੋਤੇ ਦੀ ਤਰ੍ਹਾਂ, ਹਰਨ ਦੀ ਤਰ੍ਹਾਂ ਹੈ। ਕਥਾ ਕੀਰਤਨ ਰੂਪੀ ਜਾਂ ਗੁਰਬਾਣੀ ਦਾ ਪਾਠ ਰੂਪੀ ਜਿਹੜੀ ਛੱਟ ਹੈ ਇਹ ਬੋਰਾ ਉੱਪਰ ਲੱਦਾਂਗੇ ਤਾਂ ਇਹ ਵਸ ਦੇ ਵਿੱਚ ਆਵੇਗਾ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ ਜਬ ਤਬ ਸੰਜਮਾ ਤੁਮ ਖੰਡੇ। ਹਾਂ, ਇੱਕ ਕਹਾਣੀ ਮੈਨੂੰ ਯਾਦ ਆ ਗਈ। ਪੰਡਿਤ ਹਰਦਿਆਲ ਜੀ ਨੇ ਸਾਰ ਕਿਤਾਬਲੀ ਵਿੱਚ ਹੀ ਲਿਖੀ ਹੋਈ ਹੈ ਮਨ ਦੇ ਪ੍ਰਥਾਏ। ਕਹਿੰਦੇ ਕਿਸੇ ਬੰਦੇ ਨੇ ਭੂਤ ਵਸ ਵਿੱਚ ਕਰ ਲਿਆ ਤੇ ਬਾਜ਼ਾਰ ਦੇ ਵਿੱਚੋਂ ਉਹਨੇ 500 ਰੁਪਏ ਦਾ ਖਰੀਦ ਕੇ ਲਿਆਂਦਾ। ਜਿਸ ਬੰਦੇ ਨੇ ਵੇਚਿਆ ਉਹਨੇ ਦੱਸਿਆ ਕਿ ਇਹਦੇ ਲਾਭ ਤੇ ਹਾਨੀਆਂ ਕੀ ਨੇ। ਲਾਭ ਇਹਦਾ ਇਹ ਹੈ ਕਿ ਜਿਹੜਾ ਵੀ ਕੰਮ ਤੂੰ ਦੱਸੇਗਾ ਉਹ ਕੰਮ ਝਟਪਟ ਕਰ ਦੇਵੇਗਾ, ਪਰ ਹਾਨੀ ਇਹਦੀ ਇਹ ਹੈ ਕਿ ਇਹ ਵਿਹਲਾ ਨਹੀਂ ਰਹਿ ਸਕਦਾ। ਜਦੋਂ ਵਿਹਲਾ ਰਹਿ ਗਿਆ ਤਾਂ ਤੈਨੂੰ ਖਾ ਜਾਵੇਗਾ। ਉਹ ਸ਼ਾਹੂਕਾਰ ਕਹਿਣ ਲੱਗਾ ਮੇਰੇ ਕੰਮ ਹੀ ਇੰਨੇ ਨੇ, ਹਰੇਕ ਸ਼ਹਿਰ ਵਿੱਚ ਮੇਰੀ ਦੁਕਾਨ ਹੈ, ਵਪਾਰੀ ਬੰਦਾ ਇੱਕ ਸਕਿੰਟ ਨਹੀਂ ਵਿਹਲਾ ਰਹਿੰਦਾ, ਮੈਨੂੰ ਵਿਹਲਾ ਰਹਿਣ ਹੀ ਨਹੀਂ ਦਿਆਂਗਾ। ਉਹਨੇ ਘਰ ਤਾਂ ਲੈ ਆਂਦਾ ਤੇ ਜਦ ਵੀ ਉਹ ਕੰਮ ਦੱਸਦੇ ਅਨੁਸਾਰ ਝਟਪਟ ਕੰਮ ਕਰਕੇ ਕਹੇ ਜੀ ਹਾਂ ਦੱਸੋ ਜੀ ਹੋਰ ਕਿਹੜਾ ਕੰਮ ਕਰਨਾ। ਹੌਲੀ ਹੌਲੀ ਕੰਮ ਮੁੱਕਦੇ ਗਏ ਤੇ ਬਿਲਕੁਲ ਕੰਮ ਸਮਾਪਤ ਹੋਣ ਤੇ ਆ ਗਏ। ਬੜਾ ਚਿੰਤਾ ਦਾ ਵਿਸ਼ਾ ਬਣ ਗਿਆ ਕਿ ਜੇ ਵਿਹਲਾ ਰਹਿ ਗਿਆ, ਕੰਮ ਖਤਮ ਹੋ ਗਏ ਨੇ ਤਾਂ ਮੈਨੂੰ ਖਾ ਜਾਏਗਾ। ਕਿਸੇ ਸਿਆਣੇ ਭੱਦਰ ਪੁਰਸ਼ ਨੇ ਆਖਿਆ ਕਿ ਤੂੰ ਚਿੰਤਾ ਕਿਉਂ ਕਰ ਰਹੀ ਹੈ? ਕਹਿੰਦਾ ਗੱਲਬਾਤ ਹੈ। ਕਹਿੰਦਾ ਲੈ ਇਹ ਵੀ ਕੋਈ ਚਿੰਤਾ ਵਾਲੀ ਗੱਲ ਹੈ। ਇੱਕ ਲੱਕੜ ਲਿਆ, ਆਰੇ ਤੋਂ ਲੱਕੜ ਦਾ ਤਣਾ ਲੈ ਕੇ ਆ, ਦਰਖਤ ਦਾ ਤਣਾ, ਮੋਟਾ ਸਾਰਾ ਤਣਾ ਥੰਮੇ ਵਰਗਾ। ਉਹਨੇ ਲੱਕੜ ਨੂੰ ਲਿਆਂਦਾ, ਟੋਆ ਪੁੱਟ ਕੇ ਉਹਨੇ ਉਹਦੇ ਵਿਹੜੇ 'ਚ ਥੰਮਾ ਕੱਢ ਦਿੱਤਾ। ਕਹਿਣ ਲੱਗਾ ਵੀ ਜਦ ਵੀ ਇਹ ਵਿਹਲਾ ਹੋ ਜਾਏ ਤਾਂ ਤੈਨੂੰ ਪੁੱਛੇ ਵੀ ਕੀ ਕੰਮ ਹੈ ਤਾਂ ਤੂੰ ਕਹਿ ਦੇਈਂ ਵੀ ਇਹਦੇ ਤੇ ਚੜੀ ਚੱਲ ਤੇ ਉਤਰੀ ਚੱਲ, ਇਹ ਕੰਮ ਉਹਨੂੰ ਦੇ ਦੇਈਂ। ਜਦੋਂ ਕੰਮ ਸਮਾਪਤ ਹੋ ਗਏ ਕਹਿੰਦਾ ਹਾਂਜੀ ਦੱਸੋ ਮੇਰੇ ਆਕਾ ਕਿਹੜਾ ਕੰਮ ਕਰਨਾ ਹੋਰ ਬਾਕੀ ਹੈ? ਕਹਿਣ ਲੱਗਾ ਉਹ ਥੰਮਾ ਦਿਖਦਾ ਹੀ ਉਹ, ਇਹ ਤੇ ਚੜੀ ਜਾ ਤੇ ਉਤਰੀ ਜਾ, ਚੜੀ ਜਾ ਤੇ ਉਤਰੀ ਜਾ। ਨਾ ਕੰਮ ਮੁੱਕੇ ਤੇ ਨਾ ਖੇੜਾ ਛੁੱਟਿਆ। ਉਹ ਇੰਝ ਹੀ ਕਰਨ ਲੱਗ ਪਿਆ। ਆਖਿਰ ਉਹ ਹੰਭ ਗਿਆ, ਉਹਦੇ ਪੈਰੀਂ ਪੈ ਗਿਆ। ਕਹਿਣ ਲੱਗਾ ਕਿ ਮੈਨੂੰ ਇਹਦੇ ਤੋਂ ਛੁਟਕਾਰਾ ਕਰਾਓ, ਮੈਂ ਥੱਕ ਗਿਆ, ਜੋ ਤੁਸੀਂ ਕਹੋ ਮੈਂ ਕਰਨ ਨੂੰ ਤਿਆਰ ਹਾਂ, ਤੇ ਪਰ ਮੈਨੂੰ ਦੁਖੀ ਨਾ ਕਰੋ, ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ। ਇਹ ਜਿਹੜੀਆਂ ਗੱਲਾਂ ਨੇ ਸੱਚੀਆਂ ਨਹੀਂ ਹੁੰਦੀਆਂ। ਇੱਕ ਸਮਝ ਲਓ ਸਟੋਰੀ ਹੈ, ਸਮਝਾਉਣ ਖਾਤਰ ਗ੍ਰੰਥਾਂ ਦੇ ਵਿੱਚ ਕਵੀਆਂ ਨੇ ਲਿਖੀ ਹੋਈ ਹੈ। ਦ੍ਰਿਸ਼ਟਾਂਤ ਮਾਤਰ ਦਾ ਦ੍ਰਿਸ਼ਟਾਂਤ
ਇਹ ਮਨ ਇਸ ਭੂਤ ਦੀ ਤਰ੍ਹਾਂ ਹੈ ਜਿਹੜਾ 500 ਰੁਪਈਆ ਦੇ ਕੇ ਖਰੀਦ ਕੇ ਘਰ ਲਿਆਂਦਾ ਕੰਮ ਦੀ ਤਰ੍ਹਾਂ। ਸੋ ਇਹ ਹਮੇਸ਼ਾ ਬਿਜੀ ਰਹਿੰਦਾ ਹੈ, ਕਦੀ ਵਿਹਲਾ ਨਹੀਂ ਰਹਿ ਸਕਦਾ। ਜਦ ਵੀ ਵਿਹਲਾ ਰਹਿ ਜਾਊਗਾ ਤੇ ਇਨਸਾਨ ਨੂੰ ਖਾ ਜਾਏਗਾ। ਖਾਣ ਦਾ ਮਤਲਬ ਕੀ ਹੈ? ਕੋਈ ਨਾ ਕੋਈ ਗਲਤ ਗੱਲ ਸੋਚੇਗਾ, ਕੋਈ ਚੋਰੀ, ਕੋਈ ਯਾਰੀ, ਕੋਈ ਪੁੱਠਾ ਕੰਮ, ਲੜਾਈ ਝਗੜਾ। ਤੇ ਇਸ ਵਾਸਤੇ ਜੇ ਇਹਨੂੰ ਆਪਾਂ ਕੰਮ ਤੇ ਲਾਈ ਰੱਖਾਂਗੇ ਤਾਂ ਵਸ ਵਿੱਚ ਆ ਜਾਏਗਾ। ਸਭ ਤੋਂ ਉੱਤਮ ਕੰਮ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਸ੍ਰੀ ਅਖੰਡ ਪਾਠ ਸਾਹਿਬ ਦੀਆਂ ਰੌਲਾਂ ਨੇ। ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਬੜੇ ਸ਼ੌਂਕ ਨਾਲ ਜੇ ਪੁੱਛਣਾ ਵੀ ਰੌਲ ਕਿੰਨੇ ਵਜੇ ਲਾਉਣੀ, ਕਹਿੰਦੇ 12 ਤੋਂ 2। ਤੇ ਪਾਠੀ ਨੂੰ ਕਹਿਣਾ ਵੀ 5 ਮਿੰਟ ਮੈਨੂੰ ਮਾਫ ਕਰੀ, 5 ਮਿੰਟਾਂ ਦੇ ਵਿੱਚ ਹੀ ਪਾਣੀ ਪਾ ਕੇ ਸਰੀਰ ਤੇ ਨਹਾ ਕੇ ਫਿਰ 2 ਵਜੇ ਤੱਕ ਪਾਠ ਕਰਨਾ, ਫਿਰ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਚਲੇ ਜਾਣਾ। ਤੋ ਇੰਜ ਬਿਜ਼ੀ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ, ਜਾਂ ਸਹਿਜ ਪਾਠ ਜਾਂ ਮਹਾਂਪੁਰਖ ਕਾਰ ਸੇਵਾ ਵਾਲੇ, ਹੋਰ ਨਹੀਂ ਕੁਛ। ਉਹਨਾਂ ਕਹਿਣਾ ਰੋੜੀ ਕੁੱਟੀ ਜਾਓ। ਆਪਾਂ ਗੁਰੂ ਕੇ ਬਾਗ ਜਾਂਦੇ ਹੁੰਦੇ, ਉਹਨਾਂ ਬੋਰੀਆਂ ਫੜਾ ਦੇਣੀਆਂ ਛੋਟੀਆਂ ਛੋਟੀਆਂ, ਨਾਲ ਰੇਤ ਫੜਾ ਦੇਣੀ, ਕਹਿਣਾ ਸਰੀਆ ਮਾਂਜੀ ਜਾਓ। ਹੁਣ ਇੰਨਾ ਸਰੀਆ ਲੈਂਟਰ ਦਾ, ਨਾ ਉਹ ਮਾਂਜਿਆ ਜਾਏ ਨਾ ਖੜਾ ਛੁੱਟੇ, ਕੁਛ ਵੀ ਨਾ ਹੋਣਾ, ਕਹਿਣਾ ਸਰੀਆ ਮਾਂਜੋ। ਇੱਧਰੋਂ ਰੋੜੇ ਚੁੱਕੋ ਦੇ ਉੱਧਰ ਸੁੱਟ ਦਿਓ, ਉੱਧਰੋਂ ਚੁੱਕੋ ਦੇ ਇੱਧਰ ਸੁੱਟ ਦਿਓ। ਬਸ ਵਿਹਲੇ ਨਹੀਂ ਰਹਿਣਾ, ਬਹਿਣ ਨਹੀਂ ਦੇਣਾ, ਕਹਿਣਾ ਲੱਗੇ ਰਹੋ। ਇਹ ਉਹਨਾਂ ਦਾ ਤਰੀਕਾ ਹੈ। ਸਵੇਰ ਸ਼ਾਮ ਮਹਾਰਾਜ ਦਾ ਨਿਤਨੇਮ, ਸਤਿਨਾਮ ਵਾਹਿਗੁਰੂ ਦਾ ਜਾਪ। ਇਸ ਵਾਸਤੇ ਇਹ ਖੋਤੇ ਦੀ ਤਰ੍ਹਾਂ ਅੜੀਅਲ ਹੈ। ਇਹ ਵਸ ਵਿੱਚ ਤਾਂ ਆਊਗਾ ਜੇ ਬਾਣੀ ਦੀ ਛੱਟ ਜੋ ਉੱਪਰ ਲੱਦਾ, ਜਿਹਦੇ ਤੇ ਲੱਦੀ ਰੱਖਾਂਗੇ ਗੁਰਬਾਣੀ ਦਾ ਨਿਤਨੇਮ, ਗੁਰਬਾਣੀ ਦਾ ਪਾਠ, ਕਥਾ ਕੀਰਤਨ, ਜਪ ਤਪ ਸੰਜਮ ਤੁਮ ਖੰਡੇ। ਹੇ ਮੇਰਿਆ ਮਨ, ਤੂੰ ਜਪੀਆਂ ਦੇ ਜਪ ਤੇ ਤਪੀਆਂ ਦੇ ਤਪ ਤੇ ਇੰਦਰੀਆਂ ਨੂੰ ਰੋਕਣ ਦੇ ਜਿਹੜੇ ਯਤਨ ਸਨ ਉਹ ਲੋਕਾਂ ਦੇ ਨਾਸ਼ ਕਰ ਦਿੱਤੇ ਹਨ। ਇੱਕ ਜੈਮਨ ਮੁਨੀ ਹੋਇਆ, ਜੈਮਨ ਮੁਨੀ, ਇਹਨੇ ਸਾਧ ਸੰਗਤ ਜੀਓ ਇੱਕ ਸ਼ਾਸਤਰ ਲਿਖਿਆ 6 ਸ਼ਾਸਤਰਾਂ ਦੇ ਵਿੱਚੋਂ। ਇਹ ਬਿਆਸ ਦਾ ਚੇਲਾ ਹੈ। ਇੱਕ ਦਿਨ ਬਿਆਸ ਨੂੰ ਕਹਿਣ ਲੱਗਾ, ਹੇ ਗੁਰੂ ਜੀ। ਕਹਿੰਦਾ ਦੱਸ ਭਾਈ। ਕਹਿੰਦਾ ਜੀ ਮੈਂ ਮਨ ਜਿੱਤ ਲਿਆ। ਕਹਿੰਦਾ ਜਾ ਚੁੱਪ ਕਰਕੇ ਬਹਿ ਜਾ, ਚੁੱਪ ਕਰਕੇ ਬਹਿ ਜਾ, ਰੌਲਾ ਨਹੀਂ ਪਾਈਦਾ। ਕਹਿੰਦਾ ਜੀ ਨਹੀਂ ਮੈਂ ਮਨ ਜਿੱਤ ਲਿਆ। ਉਹ ਕਹਿੰਦੇ ਭਲਿਆ ਮਾਨਸ, ਮਨ ਤਾਂ ਮੈਥੋਂ ਨਹੀਂ ਜਿੱਤਿਆ ਗਿਆ। ਵੱਡੇ ਵੱਡੇ ਹੰਭ ਗਏ ਸ਼ਿਵ ਜੀ ਵਿਸ਼ਨੂੰ ਵਰਗੇ, ਤੇ ਤੂੰ ਕਿੱਥੋਂ ਜਿੱਤ ਲਿਆ? ਕਹਿੰਦਾ ਜੀ ਨਹੀਂ ਮੈਂ ਜਿੱਤ ਲਿਆ। ਕਹਿੰਦੇ ਚੰਗਾ ਫਿਰ ਤਕੜਾ ਨਹੀਂ, ਕਿਤੇ ਪਰਖ ਕਰਾਂਗੇ ਫਿਰ ਵੇਖਾਂਗੇ। ਇਉਂ ਜੈਮਨ ਮੁਨੀ ਨੂੰ ਤੋਰ ਦਿੱਤਾ। ਤੇ ਸਾਧ ਸੰਗਤ ਜੀਓ ਅਚਨਚੇਤ ਹੀ ਇੱਕ ਵਾਰ ਸ਼ਾਮਾਂ ਦਾ ਟਾਈਮ ਤੇ ਸੁੰਦਰ ਸਰੂਪ ਲੜਕੀ ਦਾ ਰੂਪ ਬਣਾ ਲਿਆ ਤੇ ਗਹਿਣਾ ਗੱਟਾ ਬਸਤਰ ਪਾਏ ਹੋਏ ਜੈਮਨ ਮੁਨੀ ਦੇ ਆਸ਼ਰਮ ਦੇ ਉਹ ਜਿਹੜੀ ਬੀਬੀ ਸੀ ਨੌਜਵਾਨ ਰੋਂਦੀ ਹੋਈ ਆਈ। ਜੈਮਨ ਮੁਨੀ ਨੂੰ ਤਰਸ ਆਇਆ। ਕਹਿੰਦੇ ਬੀਬੀ ਭੈਣਾ ਤੂੰ ਰੋ ਕਿਉਂ ਰਹੀ ਹੈ? ਤੇਰੇ ਵਿਆਹ ਵਾਲੇ ਕੱਪੜੇ ਨੇ। ਕਹਿਣ ਲੱਗੀ ਵੀ ਜਿਹੜੇ ਮੇਰੇ ਪਤੀ ਦੇਵ ਸਨ ਉਹ ਮੈਥੋਂ ਵਿਛੜ ਗਏ ਨੇ ਤੇ ਮੈਨੂੰ ਜੰਗਲ 'ਚ ਰਸਤਾ ਨਹੀਂ ਪਤਾ। ਹੁਣ ਰਾਤ ਦਾ ਟਾਈਮ ਹੈ, ਮੈਂ ਕਿੱਥੇ ਜਾਵਾਂ ਜੀ? ਮੈਨੂੰ ਇੱਥੇ ਆਪਦੀ ਕੁਟੀਆ ਦੇ ਵਿੱਚ ਰਹਿਣ ਦੀ ਜਗ੍ਹਾ ਦੇ ਦਿਓ। ਕਹਿਣ ਲੱਗਾ ਨਹੀਂ ਨਹੀਂ ਬੀਬੀ, ਇਹ ਰਿਸ਼ੀਆਂ ਦਾ ਆਸ਼ਰਮ ਹੈ, ਇੱਥੇ ਬੀਬੀ ਦਾ ਨਹੀਂ ਕੋਈ ਵੀ ਕੰਮ। ਉਹ ਫਿਰ ਰੋਣ ਲੱਗ ਪਈ। ਤੇ ਫਿਰ ਇਹਨੂੰ ਤਰਸ ਆਇਆ। ਕਹਿੰਦਾ ਫਿਰ ਇੰਝ ਕਰਦੇ ਆ, ਮੈਂ ਕੁਟੀਆ ਤੋਂ ਬਾਹਰ ਆ ਜਾਨਾ ਤੇ ਤੂੰ ਅੰਦਰ ਵਿਸ਼ਰਾਮ ਕਰ ਲੈ। ਜਿੰਨਾ ਮਰਜੀ ਕੋਈ ਦਰਵਾਜ਼ਾ ਖੜਕਾਏ ਤੂੰ ਦਰਵਾਜ਼ਾ ਨਹੀਂ ਖੋਲਣਾ, ਭਾਵੇਂ ਖੁਦ ਮੈਂ ਵੀ ਆਖਾਂ ਫਿਰ ਵੀ ਦਰਵਾਜ਼ਾ ਨਹੀਂ ਖੋਲਣਾ। ਕਹਿੰਦੇ 7 ਵਜੇ ਉਹਨੇ ਅੰਦਰੋਂ ਕੁੰਡਾ ਲਾ ਲਿਆ। ਇਹ ਮੁਨੀ ਜੀ ਮਹਾਰਾਜ ਬਾਹਰ ਚੌਂਕੜਾ ਮਾਰ ਕੇ ਬੈਠ ਗਏ ਤੇ ਅੰਦਰੋਂ ਅੱਧੀ ਕੁ ਰਾਤ ਦਾ ਸਮਾਂ ਹੋਇਆ।
बहुत सुंदर जिस तरह कीर्तन हुंदा इंज वेदां की धुनी हुई, वेदां का पाठ होने लग पिया, बड़ी सुंदर आवाज़। जैमन मुनि सुनदा सुनदा लागे आ गया, वेख्या भी आवाज़ अंदरों ही आ रही है, वो लड़की की आवाज़ है। तो कहन लगा भी कुंडा खोल, तो वो आपदे मते दे विच पाठ करती रही, तो आवाज़ा मार मार हंब गया। आखिर जदों ये रौला पणों हटे ही ना, कहन लगी रिखी जी, रिखी का हुक्म है भी दरवाज़ा नहीं खोलना। कहन लगा ये मेरी ही कुटिया है, मैं जैमन मुनि बोल रहा। कहते नहीं महाराज, आपने हुक्म किया सी भी खुद मैं आप भी आखा तो भी दरवाज़ा नहीं खोलना। कहता दसदा मैं तेनों पता। अग लैन आई तो घर की मालकन बन के बह गई। बड़ा जोर लाया, जदों नहीं खोलिया छत पाड़ के लमक गया। जब थले लमकिया तो गज के आखो सतनाम श्री वाहिगुरू। जटा जोड़ ब्यास रिखी चौंकड़ा मारी, वेद धुनी उत्पन्न कर रहे सन। आवाज़ उन्होंने इस तरह की कढ़ी, उन्होंने भुलेखा पै गया सी तो ब्यास मुनि, अभ्यास रिखी वेद व्यास वेदां दे करता। इन्ना पानियों पानी आपदी शर्म च डुब गया। कहन लगे पुत हुण दस, कन्न पुटिया तू कहंदा सी ना भी मैं मन जित लिया, हुण पुत हुण दस। तो इस वास्ते दम गजा नहीं मारीदा। नारद मुनि ने भी इस तरह किया, तो उस वक्त सब देवतियां ने उन्होंने समझाया भी सानू दसिया गाह ना दसी। शिव जी ब्रह्मा ते विष्णु दे कोल जाके कहन लग पिया, कहन लगे भाई इस तरह रौला नहीं पाईदा, जे तू जित लिया तो चुप करके भजन करी जा, तो कोई नहीं समा आऊगा फिर वेखांगे। तो ये भी एक काफ़ी लंबी स्टोरी ग्रंथों में लिखी हुई है कि भगवान विष्णु ने आपदी माया की रचना नाल एक राजे की पुरी बना ली, राजा बना लिया, तो राजकुमारी सब कुछ माया की रचना रच लई। तो वो लक्ष्मी का रूप, तो जद इन्हें नारद मुनि ने हथ वेखिया, राजा कहता जी मेरी धी रानी का हथ वेखो। ਉਹਦੇ हथ ਤੇ लिखिया होया सीगा लक्ष्मी ਤਾਂ ਸੀ भी भगवान विष्णु नाल ਇਹਦਾ आनंद कारज विआह होवेगा। इन्हें साध संगत जी दसन तो अंग्रेज किया, तो ਉਹ बहाना जिहा ला के तुर गया। जद उन्हें स्वंबर रचिया, ये विष्णु ਨੂੰ जाके कहन लगा महाराज मैनू हर का रूप दिओ, हर नाम विष्णु का भी है। उन्हें बांदर का मूँह लाता। तो जदों राजकुमारियों की लैन लगी तो जयमाला पाउणी सी, ये मूँह वाल वेख के तो वो जिहड़ी लड़की राजकुमारी सी अगे नूं लंघ गई, इन्हें मारी छाल, अगले पासे लैन फिर लग गया। सारे राजकुमार वेख के हस पे, कहन लगे हसदे क्यों? कहते अपना बूथा वेख्या ही हो, जा जाके पानी च मूँह वेख, बांदर मूँह ना होवे तां। वो लड़की भी हस पई, मखौल हो गया। कहता मेरे मूँह नूं की होया? कहता वेख तां सही। जद नदी में जाके मूँह वेखिया तो सचमुच ही बांदर का मूँह सीगा। कहन लगा ओहो ये तो भगवान ने धोखा किया। ते जिस वक्त इंज किया तो मुड़ के इन्हें वेख्या ना तो उत्थे कोई माया नगरी, तो ना ही कोई राजा, तो ना ही राजकुमारी। तो बाद इन्हें श्राप दे दिता भी तू रिखियां दे नाल मुनियां दे नाल मखौल किया, मेरी खिल्ली उड़ी है, तो तू मैनू बांदर का मूँह लाया। रब करे जदों किते तेनू मुश्किल पै जाए तो यही मूँह तेरी सहायता करनगे। सो हनुमान जी ने सीता जी की खबर लियांदी, रोए राम निकाला भया। बाणी का यह फैसला है कि राम जी वैराग में आ गए सन। हनुमान ने खबर लियांदी ते
ਬਾਂਦਰਾਂ ਦੀ ਫੌਜ ਹੀ ਨਾਲ ਲੈ ਕੇ ਉਹਨਾਂ ਰਾਮ ਨਾਲ ਯੁੱਧ ਕੀਤਾ ਸੀਗਾ। ਸੋ ਭਗਵਾਨ ਨੇ ਉਸ ਸ਼ਰਾਪ ਨੂੰ ਅਸੈਪਟ ਕੀਤਾ। ਤੋ ਇੰਜ ਇਹ ਜਿਹੜਾ ਮਨ ਹੈ ਇਹਦਾ ਕੋਈ ਭਰੋਸਾ ਨਹੀਂ। ਸੋ ਸ਼ਿਵ ਜੀ ਮਹਾਰਾਜ ਵੀ ਮੋਹਣੀ ਅਵਤਾਰ ਵੇਲੇ ਬਹੁਤ ਜ਼ਿਆਦਾ ਘਬਰਾ ਗਏ ਸੀਗੇ। ਇਸ ਵਾਸਤੇ ਬੜੀ ਬੁਰੀ ਅਵਸਥਾ, ਬੜੀ ਹਾਲਤ ਉਹਨਾਂ ਦੀ ਬੁਰੀ ਹੋਈ। ਇਉਂ ਮਹਾਰਾਜ ਕਹਿੰਦੇ ਨੇ ਇਹ ਖੋਤੇ ਦੀ ਤਰ੍ਹਾਂ ਭਾਈ, ਇਹਦਾ ਪੈਂਖੜ ਕਦੀ ਵੀ ਨਹੀਂ ਛੱਡਣਾ ਚਾਹੀਦਾ। ਛੱਡੋ ਉਦੋਂ ਜਦੋਂ ਇਹਨੂੰ ਗੁਰੂ ਦੀ ਹਜ਼ੂਰੀ ਵਿੱਚ ਬਾਣੀ ਦੀ ਛੱਟ ਉੱਤੇ ਲੱਦ ਦਿਓ। ਕਥਾ ਕੀਰਤਨ ਸੰਗਤ ਦਾ ਬੋਝ ਇਹਦੇ ਤੇ ਪਾਈ ਰੱਖੋ। ਜਬ ਤਬ ਸੰਜਮ ਤਮ ਖੰਡੇ। ਤੂੰ ਵੱਡੇ ਵੱਡੇ ਜਪੀਆਂ ਦੇ ਜਪ, ਤਪੀਆਂ ਦੇ ਤਪ। ਸੋ ਜਮਨ ਮੁਨੀ ਵਰਗੇ, ਨਾਰਦ ਮੁਨੀ ਵਰਗੇ, ਜੋ ਜਾਤੀ ਰਿਖੀ ਵਰਗੇ, ਇਸ ਤਰ੍ਹਾਂ ਸ੍ਰਿੰਗੀ ਰਿਖੀ ਵਰਗੇ, ਸੌਰਭ ਰਿਖੀ ਵਰਗੇ, ਜਿਨ੍ਹਾਂ ਕਦੀ ਸੰਸਾਰ ਦੇ ਦਰਸ਼ਨ ਹੀ ਨਹੀਂ ਸਨ ਕੀਤੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਇਸਤਰੀ ਜਾਤ ਕੀ ਆ, ਉਹਨਾਂ ਨੂੰ ਵੀ ਤੂੰ ਡੇਗ ਲਿਆ। ਇੰਦਰੀਆਂ ਦੇ ਰੋਕਣ ਦੇ ਯਤਨ ਵਾਲੇ ਵੀ ਨਾਸ਼ ਕਰ ਦਿੱਤੇ। ਜਮ ਕੇ ਦੁੱਖ ਡਾਂਡ। ਇਸ ਕਰਕੇ ਤੂੰ ਜੀਵ ਜਮਾਂ ਦੇ ਦੁੱਖ ਤੇ ਡੰਡੇ ਸਹਾਰਦਾ ਹੈ। ਤੈਨੂੰ ਜਮਾਂ ਦੇ ਡੰਡਿਆਂ ਦਾ ਦੁੱਖ ਸਹਾਰਨਾ ਪੈਂਦਾ ਹੈ। ਕਹਿੰਦੇ ਨੇ ਕਿ ਮਨ ਕੇ ਮਤੇ ਮਰ ਗਏ ਕਾਜੀ ਮੁੱਲਾ ਸੇਖ। ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ। ਤੇ ਮਨ ਕੇ ਮਤੇ ਨਾ ਲੱਗੀ ਹੈ, ਇਹ ਮਨ ਦੇ ਆਖੇ ਨਹੀਂ ਲੱਗਣਾ ਚਾਹੀਦਾ। ਬਾਣੀ ਵਿੱਚ ਵੀ ਲਿਖਿਆ ਮਨ ਕੀ ਮਤ ਤਿਆਗੋ ਹਰ ਜਨ। ਜੇ ਤੁਸੀਂ ਸੱਚਮੁੱਚ ਹੀ ਗੁਰੂ ਦੇ ਸਿੱਖ ਹੋ, ਹਰੀ ਜਨ ਹੋ, ਤਾਂ ਆਪਦੇ ਮਨ ਦੀ ਮਤ ਨੂੰ ਤਿਆਗ ਦੇਵੋ। ਪਰ ਹੈ ਇਹ ਬੜਾ ਔਖਾ, ਇਹ ਬੈਤ ਕਠਿਨ ਨਹੀਂ। ਇਹੀ ਗੱਲ ਔਖੀ ਹੈ ਜਿਹੜੀ ਮਨ ਦੀ ਮਤ ਨੂੰ ਛੱਡਣਾ ਹੈ। ਤੋ ਜਮਾਂ ਦੇ ਡੰਡਿਆਂ ਦਾ ਦੁੱਖ ਸਹਾਰਨਾ ਪੈਂਦਾ ਹੈ। ਸਿਮਰੈ ਨਾਹੀ ਜੋਨ ਦੁਖ। ਤੂੰ ਜੋਨੀਆਂ ਦੇ ਦੁੱਖ ਨੂੰ ਯਾਦ ਨਹੀਂ ਕਰਦਾ ਹੈ। ਨਿਰਲਜੇ ਪਾਂਡ। ਇਹ ਨਿਰਲਜੇ ਬੇਸ਼ਰਮ ਮਸਖਰੇ ਮਨਾ। ਮਤਲਬ ਮਨ ਦੇ ਪਿੱਛੇ ਲੱਗਣ ਨਾਲ 84 ਲੱਖ ਜੋਨੀਆਂ ਭੋਗਣੀਆਂ ਪੈਣਗੀਆਂ। ਗੌੜੀ ਮਹੱਲਾ ਪੰਜਵਾ। ਕਈ ਜਨਮ ਭਈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਬੰਕੀ ਸਰਬ ਹੋਇਓ, ਕਈ ਜਨਮ ਹੈ ਬਿਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲੀ ਦੇਹ ਸੰਜਰੀਆ। ਤੋ ਜੂਨੀਆਂ ਦੇ ਦੁੱਖ ਤੈਨੂੰ ਸਹਾਰਨੇ ਪੈਣਗੇ। ਹਰ ਸੰਗ ਸਹਾਈ ਮਹਾਮੀਤ। ਜੋ ਹਰੀ ਪਰਮੇਸ਼ਰ ਇਸ ਲੋਕ ਦੇ ਵਿੱਚ ਤੇਰੇ ਨਾਲ ਹੋ ਕੇ ਸਹਾਇਤਾ ਕਰਨ ਵਾਲਾ ਤੇ ਪਰਲੋਕ ਦੇ ਵਿੱਚ ਵੀ ਸਹਾਇਤਾ ਕਰਨ ਵਾਲਾ ਬੜਾ ਵੱਡਾ ਮਿੱਤਰ ਹੈ। ਤੇਰਾ ਭੇਦ। ਉਹਦੇ ਨਾਲੋਂ ਤੇਰਾ ਅੰਤਰ ਬਣਿਆ ਹੋਇਆ ਹੈ, ਫਰਕ ਪਿਆ ਹੋਇਆ ਹੈ। ਕਹਿੰਦੇ ਨੇ ਸੁਤ ਕੰਚਨ ਸਿਓ ਹੇਤ ਵਧਾਇਆ। ਧੀਆਂ ਪੁੱਤਰਾਂ ਦੇ ਨਾਲ, ਸੋਨੇ ਚਾਂਦੀ ਦੇ ਗਹਿਣਿਆਂ ਦੇ ਨਾਲ ਤਾਂ ਪ੍ਰੇਮ ਵਧਾਇਆ ਹੋਇਆ ਕਿ ਆ ਵੀ ਮੇਰਾ, ਆ ਵੀ ਮੇਰਾ। ਪਰ ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਸਭ ਨੂੰ ਆਪਣਾ ਕਰਕੇ ਮੰਨੀ ਬੈਠਾ, ਇੱਕ ਰਾਮ ਹੀ ਬਗਾਨਾ ਮੰਨਿਆ ਹੈ। ਪੰਚਾ ਬਟਵਾਰਾਈ। ਇਹ ਮਨਾ ਤੂੰ ਪੰਜ ਕਾਮ ਕ੍ਰੋਧ ਆਦਿਕ ਲੁਟੇਰਿਆਂ ਦੇ ਨਾਲ ਮਿਲਿਆ ਹੋਇਆ ਹੈ। ਜਿਹੜਾ ਲੁਟੇਰਿਆਂ ਨਾਲ ਮਿਲਿਆ ਹੋਵੇ, ਜਿਹੜੀ ਪੁਲਿਸ ਹੈ, ਸਰਕਾਰ ਹੈ, ਉਹਨੂੰ ਵੀ ਲੁਟੇਰਾ ਹੀ ਸਮਝਦੀ ਹੈ। ਜਿਹਦੇ ਤੋਂ ਚੋਰੀ ਦਾ ਮਿਆਲ ਮਿਲ ਜਾਏ ਉਹਨੂੰ ਸਮਝਦੇ ਨੇ ਵੀ ਇਹ ਵੀ ਉਹਨਾਂ ਦੇ ਨਾਲ ਦਾ ਹੀ ਹੈ। ਤੋ ਇਸ ਲਈ ਜੇ ਤੂੰ ਇਹਨਾਂ ਦੇ ਆਖੇ ਲੱਗਦਾ ਹੈ, ਚੋਰੀ ਮਿਰਗ ਅੰਗੂਰੀ ਖਾਏ, ਇਹ ਚੋਰੀ ਚੋਰੀ ਹਰੀ ਅੰਗੂਰੀ ਚਰਦਾ ਹੈ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਇਹਨਾਂ ਦੇ ਪਿੱਛੇ ਲੱਗਾ ਹੋਇਆ ਹੈ, ਤੇ ਤੂੰ ਲੁਟੇਰਿਆਂ ਦੇ ਨਾਲ ਮਿਲਿਆ ਹੋਇਆ, ਤੈਨੂੰ ਸਜ਼ਾ ਮਿਲੇਗੀ। ਜਿਸ ਕਰਕੇ ਤੇਰੇ ਅੰਦਰ ਬਹੁਤ ਖੇਦ, ਦੁੱਖ, ਕਲੇਸ਼ ਪੈਦਾ ਹੁੰਦਾ ਰਹਿੰਦਾ ਹੈ। ਕੋਈ ਵੀ ਕਿਸੇ ਨੂੰ ਦੁਖੀ ਨਹੀਂ ਕਰਦਾ।
ਇਨਸਾਨ ਦੇ ਜਿਹੜੇ ਆਪਣੇ ਔਗਣ ਨੇ, ਆਪਣੇ ਵਿਕਾਰ ਨੇ, ਉਹੀ ਅੰਦਰੋਂ ਅੰਦਰ ਇਹਨੂੰ ਦੁਖੀ ਕਰਦੇ ਰਹਿੰਦੇ ਨੇ। ਇਸ ਲਈ ਕਹਿੰਦੇ ਦਦਾ ਦੋਸ ਨਾ ਦਿਓ ਕਿਸੇ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਾਣਾ। ਕ੍ਰੋਧ ਦੇ ਵਿੱਚ ਇਨਸਾਨ ਕਈ ਕਤਲ ਕਰ ਬੈਠਦਾ, ਪਰ ਉਹਦੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ। ਕਾਮ ਦਾ ਮਸਤੀਆ ਹੋਇਆ ਸੋ ਕਈਆਂ ਥਾਵਾਂ 'ਤੇ ਵਿਗਾੜ ਪੈਦਾ ਕਰਦਾ, ਪਰ ਉਹ ਖੁਦ ਆਪ ਟਿਕੇ ਨਹੀਂ ਬੈਠ ਸਕਦਾ। ਸੋ ਮਨ ਕਦੀ ਵੀ ਵਿਕਾਰੀ ਬੰਦੇ ਦਾ ਸ਼ਾਂਤ ਨਹੀਂ ਹੋ ਸਕਦਾ। ਜਿਹੜਾ ਕਿਸੇ ਨੂੰ ਦੁਖੀ ਕਰਦਾ ਹੈ ਉਹਦਾ ਆਪ ਦਾ ਮਨ ਵੀ ਨਹੀਂ ਟਿਕਦਾ। ਇਸ ਲਈ ਸੋ ਮਹਾਰਾਜ ਕਹਿੰਦੇ ਤੈਨੂੰ ਖੇਦ ਦੁੱਖ ਕਲੇਸ਼ ਪੈਦਾ ਹੋਏਗਾ, ਆਪਦੇ ਸਹਿੜੇ ਹੋਈ ਦੁੱਖ ਤੈਨੂੰ ਦੁਖੀ ਕਰਨਗੇ। ਸ਼ਾਂਤੀ ਦਾ ਸਭ ਤੋਂ ਉੱਤਮ ਤਰੀਕਾ ਮਹਾਰਾਜ ਦਾ ਸਿਮਰਨ ਹੈ। ਸ੍ਰੀ ਸੁਖਮਨੀ ਸਾਹਿਬ ਦੀ ਰਹਾਉ ਵਾਲੀ ਪੰਕਤੀ ਸਾਹਿਬਾਂ ਦੀ ਆਗਿਆ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਕਲਯੁਗ ਦੇ ਕਲੇ ਕਲੇਸ਼ ਮਹਾਰਾਜ ਦੇ ਸਿਮਰਨ ਦੇ ਨਾਲ, ਭਜਨ ਦੇ ਨਾਲ ਮਿਟਦੇ ਨੇ। ਆਪਦੇ ਧੀਆਂ ਪੁੱਤਾਂ ਦਾ ਸਿਮਰਨ ਕਰੋਗੇ, ਭੈਣ ਭਰਾਵਾਂ ਦਾ ਕਰੋਗੇ ਤਾਂ ਕਲੇਸ਼ ਪੈਣਗੇ। ਕਹਿਣ ਦਾ ਭਾਵ ਇਹ ਹੈ ਵੀ ਮਹਾਰਾਜ ਨੇ ਗ੍ਰਸਤ ਪਰਿਵਾਰ ਤਾਂ ਬਖਸ਼ਿਆ ਹੈ, ਪਰ ਜਿਹੜਾ ਮਨ ਦਾ ਧਿਆਨ ਹੈ ਉਹ ਬਾਣੀ ਤੇ ਨਾਮ ਦੇ ਵਿੱਚ ਲਾਉਣ ਦੀ ਆਗਿਆ ਕੀਤੀ ਹੈ। ਜਿਹੜੀ ਲੇਵ ਹੈ, ਬਿਰਤੀ ਹੈ, ਧਿਆਨ ਹੈ, ਇਹ ਮਹਾਰਾਜ ਦੇ ਨਾਮ ਦੀ ਬਾਣੀ ਵਿੱਚ ਲਾਉਣਾ ਹੈ। ਜੇ ਅਸੀਂ ਆਪਦੇ ਕਿਸੇ ਪਿਆਰੇ ਦਾ ਮੋਹ ਦੇ ਮਾਰੇ ਸਿਮਰਨ ਕਰਾਂਗੇ ਤਾਂ ਦੁੱਖ ਪੈਣਗੇ, ਕਲੇਸ਼ ਪੈਣਗੇ, ਮਨ ਜਕੜਿਆ ਜਾਊਗਾ, ਅਸ਼ਾਂਤ ਰਹੇਗਾ। ਤੇ ਜੇ ਵਾਹਿਗੁਰੂ ਦਾ ਸਿਮਰਨ ਕਰਾਂਗੇ ਤਾਂ ਕਲੇਸ਼ ਨਿਬੜਨਗੇ, ਖਤਮ ਹੋਣਗੇ। ਇਸ ਵਾਸਤੇ ਤੋ ਕਛੂ ਆਂਡਾ ਧਿਆਨ ਧਰ, ਕਰ ਪਰਪੱਕ ਨਦੀ ਵਿੱਚ ਆਣ। ਜਿਵੇਂ ਕੱਛੂ ਕੰਮੀ ਆਪਦੀ ਆਂਡੇ ਦਾ ਧਿਆਨ ਕਰਦੀ ਹੈ ਤੇ ਬਰੇਤੀ ਦੇ ਵਿੱਚੋਂ ਪੱਕ ਕੇ ਬੱਚਾ ਨਿਕਲ ਕੇ ਪਾਣੀ ਵਿੱਚ ਉਹਦੇ ਨਾਲ ਆ ਕੇ ਮਿਲ ਜਾਂਦਾ ਹੈ, ਇਸੇ ਤਰ੍ਹਾਂ ਊਡੇ ਊੜ ਆਵੈ ਸੇ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਮਣ ਖਿਲਾਵੈ ਕਮਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਜਿਹੜੀਆਂ ਕੂੰਜਾਂ ਨੇ ਪਹਾੜੀ ਇਲਾਕੇ ਦੇ ਵਿੱਚ ਬਰਫੀਲੀ ਜਗ੍ਹਾ 'ਤੇ ਆਪਦੇ ਆਂਡੇ ਆਦਿਕ ਦੇ ਕੇ ਤੇ ਬਰਫ਼ ਪੈਣ ਤੋਂ ਖੁਸ਼ਕ ਜਗ੍ਹਾ ਮਾਰੂਥਲ ਇਸ ਧਰਤੀ 'ਤੇ ਆ ਜਾਂਦੀਆਂ ਨੇ। ਉਹ ਧਿਆਨ ਦੇ ਵਿੱਚ ਹੀ, ਸਿਮਰਨ ਦੇ ਵਿੱਚ ਹੀ ਸੋ ਉਹਨਾਂ ਦਾ ਧਿਆਨ ਧਾਰਦੀਆਂ ਇੰਨੀ ਤਾਕਤ ਰੱਬ ਨੇ ਪਾਈ ਹੈ ਕਿ ਆਪਦੇ ਆਪ ਉਹ ਬੱਚੇ ਵਿੱਚੋਂ ਨਿਕਲ ਕੇ ਤੇ ਕੂੰਜਾਂ ਦੇ ਨਾਲ ਮਿਲ ਜਾਂਦੇ ਹਨ। ਇਸ ਤਰ੍ਹਾਂ ਦਾ ਧਿਆਨ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਹੋਣਾ ਚਾਹੀਦਾ। ਜਿਵੇਂ ਅਸੀਂ ਆਪਦੇ ਭੈਣ ਭਰਾ ਨੂੰ, ਆਪਦੀ ਪਿਆਰੀ ਨੂੰ ਚੇਤੇ ਕਰਦੇ ਹਾਂ, ਇਸ ਤਰ੍ਹਾਂ ਦਾ ਸਿਮਰਨ ਪਾਤਸ਼ਾਹ ਜੀ ਕਹਿੰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਦਾ ਬਣ ਜਾਏ। ਇੱਕ ਸੂਰਦਾਸ ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਮੈਂ ਭਗਤਮਾਲ ਗ੍ਰੰਥ ਪੜ੍ਹਦੇ ਹਾਂ, ਉਹਨਾਂ ਦੀ ਸਾਖੀ ਪੜ੍ਹੀ ਹੈ। ਉਹ ਜਮਾਂਦਰੂ ਅੰਨੇ ਨਹੀਂ ਸਨ, ਮਾਫ ਕਰਨਾ, ਅੰਨੇ ਨੂੰ ਸੂਰਦਾਸ ਕਹਿੰਦੇ ਨੇ ਜਿਹਦੇ ਨੇਤਰ ਨਾ ਹੋਣ। ਬਾਅਦ ਦੇ ਵਿੱਚ ਉਹਨਾਂ ਨੇ ਆਪਦੇ ਹੱਥੀਂ ਆਪਦੀਆਂ ਅੱਖਾਂ ਦੀ ਨਿਗਾਹ ਗਵਾਈ। ਉਹਦੇ 'ਚ ਸਾਖੀ 'ਚ ਇੰਝ ਲਿਖਿਆ ਹੋਇਆ ਵੀ ਉਹਨਾਂ ਦੀ ਨਿਗਾਹ ਉਟਕ ਗਈ ਕਿਸੇ ਬੀਬੀ ਤੇ, ਵੇਸਵਾ ਤੇ ਅੱਧੀ ਰਾਤ ਨੂੰ ਉਹਨਾਂ ਨੇ ਸੋਚਿਆ ਵੀ ਰੱਸਾ ਲਮਕ ਰਿਹਾ ਤੇ ਰੱਸੇ ਨੂੰ ਫੜ ਕੇ ਬਾਰੀ ਉੱਪਰ ਖੁੱਲੀ ਹੋਈ ਹੈ। ਗਰਮੀਆਂ ਦੇ ਦਿਨ ਸੀਗੇ, ਬਾਰੀ ਤਾਂ ਉਹਨੇ ਖੋਲ੍ਹੀ ਵੀ ਹਵਾ ਹੁਆ ਆਊਗੀ ਤੇ ਰੱਸਾ ਸਮਝ ਕੇ ਹਨੇਰੇ ਦੇ ਵਿੱਚ ਉਹ ਫੜ ਕੇ ਚੜ੍ਹ ਗਿਆ। ਤੇ ਜਿਸ ਵਕਤ ਚੜ੍ਹਿਆ ਉਹ ਵੇਖ ਕੇ ਹੈਰਾਨ ਰਹਿ ਗਈ। ਕਹਿਣ ਲੱਗੀ ਵੀ ਕਿਵੇਂ ਇੱਥੇ, ਕਿਸ ਤਰੀਕੇ ਦੇ ਨਾਲ ਐਡੀ ਉੱਚੀ ਚੜ੍ਹ ਕੇ ਤੂੰ ਆਇਆ? ਕਹਿਣ ਲੱਗਾ ਤੂੰ ਆਪੇ ਤਾਂ ਰੱਸਾ ਲਮਕਾਇਆ ਹੋਇਆ, ਬਾਰੀ ਖੋਲ੍ਹੀ ਹੋਈ। ਕਹਿੰਦੀ ਵੇਖਾਂ ਤਾਂ ਸਹੀ ਕਿਹੜਾ ਰੱਸਾ। ਜਦੋਂ ਦੀਵੇ ਦੀ ਲੋ ਕੀਤੀ ਤੇ ਫਣੀਅਰ ਨਾਗ, ਕਾਲਾ ਸੱਪ, ਕਿੱਡਾ ਮੋਟਾ। ਕਹਿੰਦੀ ਓਹੋ ਲਾਹਨਤ ਹੈ ਤੇਰੇ ਵਰਗੇ ਨੂੰ। ਜਿੰਨਾ ਤੋਂ ਉਦਮ ਬੁਰੇ ਪਾਸੇ ਕੀਤਾ, ਜੇ ਇੰਨਾ ਧਿਆਨ ਤੇਰਾ ਰੱਬ 'ਚ ਜੁੜਿਆ ਹੁੰਦਾ ਤੇ ਪੱਕੀ ਗੱਲ ਹੈ ਵੀ ਅੱਜ ਤੂੰ ਰੱਬ ਦੇ ਦਰਸ਼ਨ ਪਾ ਲੈਣੇ ਸੀ। ਗੱਜ ਕੇ ਆਖੋ ਸਤਨਾਮ ਸ੍ਰੀ।
तू वेख आपदी मौत नूं भी नहीं तू जाणिया। सप जे डंग मार दिंदा ते किन्ना जहरीला सप है, तेरी मौत हो सकती सी। इन्ना वेखो खतरा बंदा लैंदा बुरे काम वास्ते। बाणी का फैसला है, बुरे काम को ऊठ खलोया। ये जिहड़ा प्रकरण है, शब्द है, ये मन दे परथाए है। तो मन ही इन्ना बिगड़िया होया है। बुरे काम को ऊठ खलोया, जब कोई बुरी बात आखे तो कहता मैं शेर हाँ। चंगियाई आलक करे, कोई चंगा काम आखे कहने लगा मेरे गोडे दुखते ने, मैं तो बैठा नहीं जाता इन्ना चिर, मैं तुर के किवें जाऊँगा, तो मेरे को समा नहीं है, बहानेबाजी मारदा। चंगे वाले पासे, संगत वाले पासे बड़ा बहाना मारदा। जे कोई बुरा कर्म आखे तो कहना मैनू की होया, मैं तो शेर वर्गा या पूरा शेर का शेर ही है। चंगे काम लई पाया भी नहीं है। चंगियाई आलक करे, आलक नाम है आलस का। मैनू तो नींदर आ रही है जी, मैं तो सौना मुड़ के काम दे जाना। चंगियाई आलक करे, तो जे पार्टी है तो रात के 2-2 बजे तक डम डम ठा ठा। तो आपदा टाइम का बर्बाद करना, गवांढियां की भी परेशानी, सारे पिंड नूं चुकना लै लेना, इन्ना रौला मर। तो आ गुरु घर के स्पीकर अज मैं वेख्या भी बाहरले बंद ने, क्योंकि कानून है भी आवाज़ तुहाडी अंदर ही रहे। शहर जो है लोग कंप्लेंट कर देंगे ने। तो आप दे वल्लों भावें जिन्नियां मर्जी आवाज़ां कोई आ बाजार दे विच तुर पो, तरह तरह दी आवाज़ां करनी पैणगियां, कोई कानून नहीं आम लोगों वास्ते। चंगे पासे का कानून है। तो इस वास्ते कहते चंगियाई आलक करे, बुरियाई होए शेर, नानक अज कल आवसी गाफल फाही पेर। अज या कल तेरी मौत ने आ जाना ही हो। इस वास्ते मैं तेनों अलर्ट करदा, तेनों मैं रेड लाइट दिखाई है। जे तू आपदी ब्रेक नहीं लाएगा, रेस ते पैर दही रखेगा एक्सीलेटर दे, तो जिस तरह की रेड लाइट है, इस तरह का खून तेरे चों निकल सकता। रेड लाइट का यह मतलब है। ग्रीन का भाव है कि मूव, हुण तुसीं आपदे रस्ते नूं तय कर सकते हो। तो गुरु साहिबाना ने जो 5 कार बख्शे ने, ये बाउंड्री लाइन देती है। जिहड़ा बाउंड्री लाइन ते आके ब्रेक नहीं मारेगा, रेड लाइट नूं देखेगा नहीं, 4 बजर करैता रेड लाइट जगाई हुई है, नहीं फॉलो करेगा तो फिर आपदे हथीं आपदा नुकसान। महाराज ने तो अलर्ट कर दिता। इस देही अंदर 5 चोर वसै, काम क्रोध लो मोह हंकार, अमृत लूटै मनमुख नहीं बूझै, कोई ना सुखै सुनै पुकार। अंधा जगत अंध वरतारा, अंधे कोही अंधे ठेले। तो गुरु जिन्हां दे अंधले ते सिख भी अंधे कर्म करे हैं। इस वास्ते भेड़ चाल की तरह आम किसी के मगर लग के ते आपदा जीवन खत्म कर बैठना कोई चंगी बात नहीं। कहते बुरे काम को ऊठ खलोया, नाम की बेला पै पै सोया, अवसर अपना बजे ना आंदा। भगत सूरदास की मैं साखी आपना साझी कर रहा सी, ਉਹਦੇ मन ਤੇ इन्ना गहरा असर होया, इन्नी डूंगी सट वजी। कहन लगा भी ये सारा ही पुआड़ा इन्हां अखां दा है, ये अखां ही नहीं मैं रहन देणियां। उन्हें सलाइयां फड़ियां ते अग दे विच रख के गर्म कीतियां, गर्म करके तत्तियां तत्तियां सलाइयां खुद आप दी अखां च आ फेर लईयां भी ना किते ये वेखणगियां ते ना ही मन किते दौड़ूगा। इहदा जब ही नबेड़ो, खत्म कर दिओ कहानी। भगत सूरदास जी ने फड़ ली माड़ा ते सतनाम श्री वाहिगुरू। वाहिगुरू 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 वाहे। सारे जवाब वाहिगुरू 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 वाहिगुरू। इन्ना वाहिगुरू वाहिगुरू कीता
कि खुद भगवान आप प्रगट हो गया। किरपा की निगाह पाई, सिर ते हथ रखिया, कहते अखां खोल भाई, मैं पहुँच गया तो तू मेरे दर्शन पा ला। जिहदा ध्यान करदा सी अखां खोल लईआं। गज के आखो सतनाम श्री वाहिगुरू, दिसन लग पिया। प्रतख भगवान के दर्शन होए। कहन लगे मंग भगता, मैं तेरे ते तुरठा, कोई तेरी डिमांड होवे, की मंग मंगदा है? कहंदा महाराज जिस तरह दियां मेरियां पहलां अखां सन, खुद मैं आप अन्नियां कीतियां, उस तरह ही मैनूं अन्ना कर दे। फिर गज के आखो सतनाम श्री। कहंदे ये की कारण? मैं तो तेरी निगाह लियांदी ते तू फिर इस तरह का काम क्यों कर लगा, क्यों गल कह रहा? निगाह पूरी करने बारे बेनती होनी चाहिए सी। कहना नहीं महाराज, अज इन्हें तेरे दर्शन कर लए ने, इन्हां अखां दे विच तेरे ही दर्शन वसदे रहन। ते महाराज जे तू त्रुठा इन्हां अखां नूं इंज ही बंद कर दे, तां कि तेरी फोटो मेरी अखां दे विच इसे तरह सांभी रहे। बाणी दे विच अरदास करन दा महाराज ने तरीका दसिया है। कहंदे जे तू तुठा किरपा निधान, ना दूजा वेखाल, यह पाई मूँह दातड़ी, नित हिरदय रखा समान। सो ऐसी आज्ञा तो नहीं गुरु दे सिख नूं, पर गुरु प्यारी साध संगत जीओ महाराज ने मर्यादा बनाई है। जिवें असीं आपदे घर दे विच सुख शांति दे नाल रहिंदे आ, किन्ना मर्जी सो कोई माड़े तो माड़ा कर्म वाला होवे, आपदे घर विच उहदा मन सच्चा सच्चा रहिंदा। इंज ही जे असीं गुरु गोबिंद सिंह दे बच्चे हाँ ते संगत नूं आपदा परिवार समझ के बाणी में चित जोड़ीए, किन्ना चंगा होवे। अखां बंद करन दी आग्या नहीं, पर तेरा रूप ना पेखै, नेत्र दा भाव यह है भी निगाह सवली करिए। इसलिए महाराज फरमान करते हैं, नानक तिन संतन शरणागति। जिन्ना संतां ने आप दी निगाह नूं सवलियां कीता, बाबा बुढ़न शाह दी समाध कीरतपुर साहिब, इन्हां दियां परवटे दियां अपना पलकां जड़ियां सन, परवटे सन, वो जिहड़े केस सन अखां दे अगे इन्ने लंबे हो चुके सी भी तां करके केसां नूं ते फिर दर्शन करदे हुंदे। गुरु नानक साहब के दर्शन पाए। श्री गुरु हरगोबिंद साहब जी के भाई वीर सिंह ने लिखिया कि कलगीधर महाराज ने भी इन्हों दर्शन दिते। ऐसे महापुरख जिन्हां आपदी निगाह नूं ही बन्ह लिया शब्द दे विच। धन धन महापुरख संत बाबा अजीत सिंह जी अंसाली साहब वाले, ना तो मैं कभी उन्होंने बोलदियां सुनिया, सौं खान जिन्ना भी उन्हों का बोल नहीं सुनिया। इन्नी बार दर्शन होए, ना ही कदे निगाह तां करके ते किसी वाल वेखदा मैं वेखिया। सो महापुरखों की ऐसी निगाह हुंदी है, वो आपदे ध्यान दे विच सो प्रभु परमात्मा के नाम बाणी विच मस्त रहिंदे ने। ऐसे महापुरखों के मैं चरणों की शरण दे विच जिन्हां ने आपदा मन जिहड़ा चित है समदम आदਿਕ साधना नाल अधीन किया होया। सानू माता पिता ने कहना भी आओ वेखो महापुरख तुरे जाते हैं, तो आपां भज के भी नाल ना मिल सकना। संत ज्ञानी जरनैल सिंह जी खालसा भिंडरां वाले महापुरख 6-6.5 फुट लंबे उच्चे जवान और इन्नी लंबी उलंघ पुटदे, काली तुरदे भी माड़ा बंदा भज के भी नाल ना मिल सकता। हेठां ध्यान करके उन्हें तुरे जाना। तो जब दरबार साहब दर्शन होने, हर की पौड़ी वाले पासे पिठ की होनी, तो गुरुद्वारे वाल महाराज वाल कंध वाल मूँह करके बहना। अंदर ताणी बैठना भी सिंह नाल ज्यादा हुंदे सी, ते चौंक प्राणियां दी अंदर जगह हुंदी, मत्था टेकदियां सारी बाहर आ जाना, कंध वाल मूँह करके ते हेठां नूं ध्यान करके। जद भी दर्शन होने निगाह ठा होनी कंध वाल। दरबार साहब हरमंदर साहब हर की पौड़ी वाली साइड, ते सतनाम वाहिगुरू दा जाप जपजी साहब दे 101 पाठ करिया कर दे। एक बार सिंघां ने बेनती की भी ये कथा नहीं सुनते। संत करतार सुने कहते भी हाँ भाई कथा नहीं सुनता। कहते जी मैं सुनता हाँ। कहते कोई बैठा तो वेखिया नहीं, बस च बैठे रहना नाले पाठ करते रहना। कहते जी मैं तुहानूं सुना दिना। कहते सुना बई।
ਸਿੰਘਾਂ ਨੂੰ ਕਹਿੰਦੇ ਵੀ ਹਾਂ ਸੁਣੋ ਬਈ ਇਹ ਦੇਖੋ। ਉਹਨਾਂ ਨੂੰ ਤਾਂ ਪਤਾ ਸੀ, ਸਾਰੀ ਕਥਾ ਰਿਪੀਟ ਕਰ ਦਿੱਤੀ ਵੀ ਅੱਜ ਤੁਸਾਂ ਨੇ ਆਹ ਸਾਖੀ ਸੁਣਾਈ, ਆਹ ਪ੍ਰਮਾਣ ਦਿੱਤਾ, ਨਾਲ ਜਪਜੀ ਸਾਹਿਬ ਦੇ ਪਾਠ ਵੀ ਕਰੀ ਜਾਣੇ ਅਤੇ ਨਾਲ ਕਥਾ ਵੀ ਸੁਣੀ ਜਾਣੀ। ਕਈ ਪ੍ਰੇਮੀ ਤਰਕ ਕਰਦੇ ਨੇ ਵੀ ਜਿਹੜੀਆਂ ਸੰਗਤਾਂ ਗੁਟਕਾ ਸਾਹਿਬ ਫੜਦੀਆਂ ਜੀ ਇਹਨਾਂ ਨੂੰ ਰੋਕੋ ਜੀ। ਇੱਕ ਵਾਰ ਦਰਬਾਰ ਸਾਹਿਬ ਦੇ ਮੈਨੇਜਰ ਨੇ ਬਿਆਨ ਹੀ ਲਾਤਾ, ਉਹ ਜਿਸ ਤਰ੍ਹਾਂ ਅਸਲਾ ਲਿਜਾਈਦਾ ਇਸ ਤਰ੍ਹਾਂ ਅਸੀਂ ਕੁੜਤੀਆਂ ਦੇ ਅੰਦਰ ਗੁਟਕੇ ਪਾ ਕੇ ਲੈ ਕੇ ਗਏ ਚੋਰੀ। ਕਹਿੰਦੇ ਆਖੇ ਜੀ ਗੁਟਕਾ ਨਹੀਂ ਲੈ ਕੇ ਆਉਣਾ ਦਰਬਾਰ ਸਾਹਿਬ। ਕਿਉਂ ਨਹੀਂ ਲਿਆਉਣਾ? ਇੱਥੇ ਤਾਂ ਕੀਰਤਨ ਹੁੰਦਾ, ਕੀਰਤਨ ਸੁਣੋ ਜੀ। ਮੈਨੂੰ ਤਾਂ ਹੀ ਨੀਂਦ ਆ ਜਾਂਦੀ, ਨਾ ਕਥਾ ਸੁਣੀ ਜਾਂਦੀ ਨਾ ਕੀਰਤਨ। ਜੇ ਗੁਟਕਾ ਫੜ ਲਓ ਨਾਲੇ ਪਾਠ ਵੀ ਹੋ ਜਾਂਦਾ ਅਤੇ ਨਾਲੇ ਕਥਾ ਵੀ ਸੁਣ ਲਈਦੀ ਹੈ। ਅਤੇ ਜੇ ਗੁਰਦੁਆਰੇ ਨਹੀਂ ਆਪਾਂ ਗੁਟਕਾ ਫੜਨਾ ਤਾਂ ਦੱਸੋ ਫੜਨਾ ਕਿੱਥੇ ਆ? ਇਸ ਲਈ ਜਿਹਦਾ ਦਿਲ ਕਰਦਾ ਉਹ ਚੌਂਕੜਾ ਮਾਰ ਕੇ ਕਥਾ ਕੀਰਤਨ ਸੁਣੇ, ਅਤੇ ਜਿਹਦਾ ਪਾਠ ਕਰਨੋਂ ਜੀ ਕਰਦਾ ਉਹਦੇ ਲਈ ਕੈਬਨ ਬਣਾਇਆ, ਅੰਦਰ ਵੜ ਕੇ ਕਰ ਲੈ, ਜਿਹਦੀ ਮਰਜ਼ੀ ਹੈ ਬਾਹਰ ਕਰ ਲੈ, ਪਰ ਰੋਕਣਾ ਨਹੀਂ ਕਿਸੇ ਨੂੰ ਚਾਹੀਦਾ ਜਿੱਥੋਂ ਤੱਕ। ਸੋ ਇਹ ਮੇਰਾ ਆਪਦਾ ਮਨ ਹੈ, ਅੱਗੇ ਸੰਗਤਾਂ ਦੀ ਆਪਦੀ ਮਰਜ਼ੀ ਹੈ। ਕਹਿੰਦੇ ਜਿਨ੍ਹਾਂ ਮਨ ਵਸ ਵਿੱਚ ਕਰ ਲਿਆ ਉਹਨਾਂ ਦੀ ਸ਼ਰਨ ਦੇ ਵਿੱਚ ਅਸੀਂ ਬੈਠੇ ਹਾਂ, ਸੰਗਤ ਦੀ ਚਰਨ ਸ਼ਰਨ ਵਿੱਚ। ਧਨ ਧਨ ਸਰਬ ਸਿਆਪਨਾ, ਅਸੀਂ ਆਪ ਦਾ ਸਰੀਰ ਤੇ ਜੋ ਵੀ ਧਨ ਰੋਕੜੀ ਸਾਡੇ ਕੋਲ ਹੈ, ਸਰਬੰਸ ਭਾਵ ਸਭ ਕੁਝ ਹੀ ਸਭ ਜਨ ਕਉ ਦੀਨਾ, ਅਸੀਂ ਸਾਧ ਸੰਗਤ ਨੂੰ ਦਿੰਦੇ ਹਾਂ। ਉਹਨਾਂ ਨੂੰ ਭੇਟਾ ਕਰਕੇ ਅਰਦਾਸ ਕਰਦੇ ਹਾਂ ਕਿ ਸਾਡਾ ਵੀ ਮਨ ਵਸ ਵਿੱਚ ਆ ਜਾਏ। ਇਹੀ ਅਰਦਾਸ ਹੈ। ਮਨ ਦੀਆਂ ਸਾਰੀਆਂ ਖੇਡਾਂ ਨੇ, ਜੇ ਵਸ 'ਚ ਆ ਗਿਆ ਫਿਰ ਤਾਂ ਭਗਵਾਨ ਹੀ ਭਗਵਾਨ, ਰੱਬ ਹੀ ਰੱਬ ਹੈ। ਦੁਨੀਆ 'ਚ ਨਾ ਕੋਈ ਬੀਬੀ ਹੈ, ਨਾ ਕੋਈ ਬੰਦਾ ਹੈ, ਨਾ ਕੋਈ ਪਸ਼ੂ ਹੈ, ਨਾ ਪੰਛੀ ਹੈ। ਖੇਡ ਹੀ ਸਾਰੀ ਮਨ ਦੀ ਹੈ। ਤੋ ਜਿਹਨੇ ਸਾਰੇ ਆਕਾਰ ਬਣਾਏ ਹੋਏ ਹਨ, ਮਹਾਰਾਜ ਨੇ ਕਿਹਾ ਸਭੇ ਘਟ ਰਾਮ ਬੋਲੇ, ਸਭ ਮੈਂ ਜੋ ਜੋਤ ਹੈ ਸੋਏ। ਗੱਲ ਤਾਂ ਮਨ ਟਿਕਾਉਣ ਦੀ ਹੈ। ਤੋ ਇਸ ਵਾਸਤੇ ਸਹਿਬ ਕਿਰਪਾ ਕਰਨ, ਭੁੱਲਾਂ ਚੁੱਕਾ ਖਿਮਾ ਕਰਨ ਦੀ ਅੱਗੇ ਤੋਂ ਸਮੱਤ ਬਖਸ਼ਣ, ਬਾਣੀ ਦੇ ਉੱਪਰ ਅਮਲ ਕਰਨ ਦੀ ਜਾਚ ਸਿਖਾਉਣ। ਇਹ ਬਾਣੀ ਦਾ ਉਪਦੇਸ਼ ਹਿਰਦੇ 'ਚ ਵਸ ਜਾਏ ਜੀ। ਨਾਨਕ ਤੈਨ ਸਰਨਾਗਤੀ, ਸੰਤਨ ਸਰਨਾਗਤੀ, ਜਿਨ ਮਨ ਵਸ ਕੀਨਾ, ਤਨ ਧਨ ਸਰਬਸ ਆਪ, ਪ੍ਰਭ ਜਨ ਕੋ ਦੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।